ਭਗਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਆਦਿ ਸਚ ਜੁਗਾਦਿ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ ਸ਼੍ਰੀ ਨਾਨਕ ਪਦ ਪੰਕਜ ਬੰਦਨ ਪਦ ਪੰਕਜ ਬੰਦਨ ਸਿਮਰੋ ਅੰਗਦ ਦੋਖ ਨਿਕੰਦਨ ਅਮਰਦਾਸ ਗੁਰ ਹਿਰਦੇ ਧਿਆਵਾਂ ਜੀ ਹਿਰਦੇ ਧਿਆਵਾਂ ਸ਼੍ਰੀ ਗੁਰ ਰਾਮਦਾਸ ਗੁਣ ਗਾਵਾਂ ਸ਼੍ਰੀ ਅਰਜਨ ਬਿਘਨਨ ਕੇ ਨਾਸ਼ਕ ਜੀ ਬਿਘਨਨ ਕੇ ਨਾਸ਼ਕ ਹਰਿ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ ਸ਼੍ਰੀ ਹਰਿ ਰਾਏ ਨਾਮੋ ਕਰ ਜੋਰੀ ਜੀ ਨਾਮੋ ਕਰ ਜੋਰੀ ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ ਗੁਰ ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ ਸ਼੍ਰੀ ਗੁਰ ਗੋਬਿੰਦ ਸਿੰਘ ਵਿਸਾਲਾ ਤਰੋਂ ਤਰਾ ਪਰ ਪੁਨ ਪੁਨ ਸੀਸਾ ਜੀ ਪੁਨ ਪੁਨ ਸੀਸਾ ਬੰਦੋਂ ਬਾਰ ਬਾਰ ਜਗਦੀਸ਼ਾ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਿਕ ਭਗਤ ਵਿਰਾਗ ਗੁਰੂ ਗ੍ਰੰਥ ਸਾਹਿਬ ਓਦਦ ਬੰਦੋਂ ਕਰ ਅਨੁਰਾਗ ਸ਼੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਬਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ ਸਤਨਾਮ ਵਾਹਿਗੁਰੂ ਸਾਹਿਬ ਜੀਓ ਇਕ ਓੰਕਾਰ ਸਤਿਗੁਰ ਪ੍ਰਸਾਦ ਆਥ ਚਤੁਰਥ ਰਾਸ ਵਰਣਨੰ ਦੋਹਰਾ ਬੀਨ ਦੰਡ ਪਾਣੀ ਨਮਹਿ ਸਰਬੋਤਮਾ ਪਰਬੀਨ ਬੀਨ ਬੀਨ ਬਿਘਨਨ ਹਨਹਾ ਦਾਤੀ ਸੁਮਤ ਕਵੀਨ ਬੀਨ ਦੰਡ ਪਾਣੀ ਨਮਹਿ ਸਰਬੋਤਮਾ ਪਰਬੀਨ ਬੀਨ ਬੀਨ ਬਿਘਨਨ ਹਨਹਾ ਦਾਤੀ ਸੁਮਤ ਕਵੀਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਜ਼ਰਾ ਹਜੂਰ ਜਹਰਾ ਜਹੂਰ ਦੀਨਾ ਬੰਧੂ ਭਗਤ ਵਛਲ ਗੁਰੂ ਗਰੀਬ ਨਿਵਾਜ ਨਿਹਚਲ ਚੌਰ ਛਤਰ ਤਖਤ ਦੇ ਮਾਲਕ
ਧੰਨ ਧੰਨ ਸਾਹਿਬ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਜੀਆਂ ਦੇ ਸਾਜ ਰਹੇ ਪਾਵਨ ਪਵਿੱਤਰ ਦੀਵਾਨ ਅੰਦਰ ਹਜ਼ੂਰ ਦੇ ਖੁੱਲੇ ਦਰਸ਼ਨ ਦੀਦਾਰ ਕਰਨ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ। ਖੁਸ਼ ਬਵੱਧ ਉਮਰ ਕੇ ਦਰਿਆ ਬੇਗੁਜ਼ਰਦ ਵਰਨ ਹੈ ਚੇ ਹਾਸਲ ਅਸਤ ਅਜੀ ਗੁੰਬਦੇ ਕਬੂਦ ਮਰਾ। ਉਮਰ ਸੋਈ ਵਿੱਚ ਲੇਖੇ ਜੋ ਯਾਦ ਸਾਈਂ ਦੀ ਗੁਜ਼ਰੇ ਪੈਂਦੀ ਮੁਜਰੇ। ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਪਾਤਸ਼ਾਹ ਜੀ ਬਹੁਤ ਦਇਆ ਕਰਕੇ ਆਪਣਾ ਪਾਵਨ ਪਵਿੱਤਰ ਇਤਿਹਾਸ ਮਿਹਰਾਮਤਾਂ ਕਰਕੇ ਸਾਨੂੰ ਸਰਵਣ ਕਰਵਾ ਰਹੇ ਹੈ। ਕੰਮਾਂ ਕਾਰਾਂ ਨੂੰ ਸੰਕੋਚਦਿਆਂ ਹੋਇਆਂ ਆਪ ਸਰਬੱਤ ਸੰਗਤਾਂ ਨਿਤਾ ਪ੍ਰਤੀ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ ਕਰਕੇ ਗਰੀਬ ਨਵਾਜ ਮਹਾਰਾਜ ਦੇ ਘਰ ਦੀ ਪਾਵਨ ਪਵਿੱਤਰ ਕੀਰਤੀ ਸੋਭਾ ਵਡਿਆਈ ਸਰਵਣ ਕਰਕੇ ਪਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਰਨ ਕੀ ਇਹ ਤੇਰੀ ਬਰੀਆ। ਅਵਰ ਕਾਜ ਤੇਰਾ ਕਿਤੈ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ। ਮਹਾਰਾਜ ਦੇ ਦਰੋਂ ਕਰੋਂ ਬਰਕਤਾਂ ਦੀ ਪ੍ਰਾਪਤੀ ਕਰਦੇ ਹੋ। ਜਥਾ ਪ੍ਰਸੰਗ ਖਾਲਸਾ ਜੀ ਆਪਾਂ ਕੱਲ ਦੇ ਦੀਵਾਨ ਵਿੱਚ ਸ਼ਰਵਣ ਕੀਤਾ ਹੈ ਕਿ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਪਾਤਸ਼ਾਹ ਦੇ ਪਾਸ ਬੇਅੰਤ ਸਿੱਖ ਸੰਗਤਾਂ ਸੁੱਖ ਦੀ ਇੱਛਾ ਰੱਖ ਕੇ ਆਉਂਦੀਆਂ। ਦੁੱਖ ਤਿਸੈ ਪਹਿ ਆਖੀਐ ਸੂਖ ਜਿਸੈ ਹੀ ਪਾਸ। ਕਿ ਮਹਾਰਾਜ ਦੇ ਪਾਸੋਂ ਸਾਨੂੰ ਸੁੱਖ ਦੀ ਸ਼ਾਂਤੀ ਦੀ ਪ੍ਰਾਪਤੀ ਆਨੰਦ ਦੀ ਪ੍ਰਾਪਤੀ ਹੋਵੇ। ਜਿਨ੍ਹਾਂ ਦੇ ਵਿੱਚੋਂ ਭਾਈ ਗੁਰਮੁਖ ਨਾਵੇਂ ਸਿੱਖ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਦੇ ਪਾਸ ਆਣ ਪਹੁੰਚਾ ਆ ਕਰਕੇ ਬੇਨਤੀ ਕੀਤੀ ਗਰੀਬ ਨਵਾਜ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਦੀ ਪਵਿੱਤਰ ਬਾਣੀ ਅੰਦਰ ਸਨਮੁਖ ਸਿੱਖ ਦੀ ਇੱਕ ਪੌੜੀ ਹੈ। ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੈ ਤਾਂ ਸਨਮੁਖ ਸਿੱਖ ਕੋਈ ਜੀਆ ਰਹਿ ਗੁਰ ਨਾਲੇ। ਸਨਮੁਖ ਸਿੱਖ ਮਹਾਰਾਜ ਸੁਣਿਆ ਜਾਂਦਾ ਵੀ ਜਿਹੜਾ ਮਹਾਰਾਜ ਦਾ ਭਾਣਾ ਮੰਨੇ ਦੁੱਖ ਸੁੱਖ ਨੂੰ ਇੱਕੋ ਕਰਕੇ ਮੰਨਦਾ ਉਹਨੂੰ ਸੰਸਾਰ ਵਿੱਚ ਸਨਮੁਖ ਆਖਿਆ ਜਾਂਦਾ ਹੈ। ਪਰ ਪਾਤਸ਼ਾਹ ਕਲਯੁਗ ਦਾ ਘੋਰ ਸਮਾਂ ਹੈ। ਇਹੋ ਜਿਹੇ ਸਮੇਂ ਵਿੱਚ ਵੀ ਕੋਈ ਇਹੋ ਜਿਹਾ ਸਿਦਕੀ ਸਿੱਖ ਹੋ ਸਕਦਾ ਜਿਹੜਾ ਵੱਡੇ ਤੋਂ ਵੱਡੇ ਦੁੱਖ ਪੈ ਜਾਣ 'ਤੇ ਵੀ ਡੋਲੇ ਨਾ ਅਡੋਲ ਰਵੇ। ਤੁਹਾਡੇ ਘਰ 'ਤੇ ਗੁਰਬਾਣੀ 'ਤੇ ਨਿਤਨੇਮ 'ਤੇ ਪੂਰਾ ਪਹਿਰਾ ਦੇਵੇ ਪੂਰਾ ਨਿਹਚਾ ਰੱਖੇ। ਮੇਰੀ ਰੀਝ ਹੈ ਵੀ ਇਹੋ ਜਿਹੇ ਕਿਸੇ ਸਨਮੁਖ ਗੁਰਮੁਖ ਪ੍ਰੇਮੀ ਦੇ ਦਰਸ਼ਨ ਕਰਵਾਓ। ਧੰਨ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਮਹਾਰਾਜ ਜੀਆਂ ਇਹ ਗੁਰਮੁਖ ਨਾਵੇਂ ਸਿੱਖ ਨੂੰ ਬਚਨ ਕੀਤਾ ਕਿ ਹਾਂ ਭਾਈ ਕਿਸੇ ਵੀ ਚੀਜ਼ ਦਾ ਬੀਜ ਨਾਸ਼ ਨਹੀਂ ਹੁੰਦਾ। ਗੁਰੂ ਨਾਨਕ ਪਾਤਸ਼ਾਹ ਦੇ ਘਰ ਅੰਦਰ ਬੜੇ ਬੜੇ ਕਰਨੀ ਵਾਲੇ ਗੁਰਮੁਖ ਪਏ ਆ। ਜੇ ਵੇਖਣਾ ਕੋਈ ਸਨਮੁਖ ਸਿੱਖ ਗੁਜਰਾਤ ਇਲਾਕੇ ਵਿੱਚ ਜਾ ਉੱਥੇ ਪੁੱਛ ਲਵੀਂ ਕਿਸੇ ਨੂੰ ਨਗਰ 'ਚੋਂ ਵੀ ਭਾਈ ਭਿਖਾਰੀ ਦੇ ਘਰੇ ਜਾਣਾ 2-4 ਦਿਨ ਉਹਦੇ ਕੋਲ ਰਹਿ ਤੈਨੂੰ ਸਭ ਗਿਆਤ ਹੋ ਜਾਵੇਗੀ ਵੀ ਸਨਮੁਖ ਸਿੱਖ ਕਿਹੋ ਜਿਹਾ ਹੁੰਦਾ। ਮਹਾਰਾਜ ਨੂੰ ਮੱਥਾ ਟੇਕ ਕੇ ਭਾਈ ਗੁਰਮੁਖ ਨਾਵੇਂ ਗੁਰਮੁਖ ਤੁਰਿਆ ਤੇ ਰਾਹ ਵਿੱਚ ਸੋਚਦਾ ਹੈ ਵੀ ਜਿਹਦੀ ਸਿਫਤ ਗੁਰੂ ਅਰਜਨ ਦੇਵ ਮਹਾਰਾਜ ਕਰ ਰਹੇ ਆ ਉਹ ਜ਼ਰੂਰ ਕੋਈ ਕਰਨੀ ਵਾਲਾ ਵੱਡਾ ਮਹਾਂਪੁਰਖ ਬ੍ਰਹਮ ਗਿਆਨੀ ਸਿੱਖ ਹੈ। ਪਿੰਡ ਵਿੱਚ ਪਹੁੰਚਿਆ ਭਾਈ ਭਿਖਾਰੀ ਦਾ ਘਰ ਪੁੱਛਿਆ ਜਾ ਕੇ ਕੀ ਵੇਖਿਆ ਵੀ ਉਹਦੇ ਘਰ ਵਿੱਚ ਭਾਈ ਭਿਖਾਰੀ ਦੇ ਪੁੱਤਰ ਦਾ ਵਿਆਹ। ਸਾਰੇ ਪਾਸੇ ਰੌਣਕਾਂ ਗਾਉਣ ਪਏ ਕੱਢਣ ਮਾਈਆਂ ਘੋੜੀਆਂ ਗਾਉਂਦੀਆਂ। ਇਸ ਤਰ੍ਹਾਂ ਸਭ ਚਾਰ ਚਫੇਰੇ ਮਾਹੌਲ ਵੇਖਿਆ। ਪੁੱਛਿਆ ਭਾਈ ਭਿਖਾਰੀ ਜੀ ਕਿੱਥੇ ਹੈ। ਗਾਂਹ ਜਾ ਕੇ ਵੇਖਿਆ ਤੇ ਦਰੀਆਂ ਨੂੰ ਤੋਪੇ ਲਾਉਣ ਪਏ ਭਾਈ ਭਿਖਾਰੀ ਜੀ ਤੇ ਮਾਣੀ ਮਾਣ ਹੱਸਿਆ ਭਾਈ ਗੁਰਮੁਖ ਵੀ। ਗੁਰੂ ਅਰਜਨ ਦੇਵ ਮਹਾਰਾਜ ਨੂੰ ਖਰੇ ਭੁਲੇਖਾ ਪੈ ਗਿਆ ਵੀ ਮਹਾਰਾਜ ਤਾਂ ਕਹਿੰਦੇ ਬੜਾ ਕਰਨੀ ਵਾਲਾ ਸਿੱਖ ਹੈ ਤੇ ਇਹ ਤਾਂ ਬੜਾ ਸਿਰੇ ਦਾ ਕਬੀਲਦਾਰ ਸ਼ੂਮ ਹੈ, ਪਾਟੀਆਂ ਦਰੀਆਂ ਨੂੰ
ਐਡੇ ਵਿਆਹ ਦੇ ਸਮਾਗਮ ਵਿੱਚ ਲੋਕੀ ਖੁਸ਼ੀਆਂ ਮਨਾਉਂਦੇ ਐ, ਪੁੱਤਰ ਦਾ ਵਿਆਹ ਹੈ ਤੇ ਦਰੀਆਂ ਨੂੰ ਤੋਪੇ ਪਿਆ ਲਾਉਂਦਾ ਪਾਟੀਆਂ ਨੂੰ। ਕੁਝ ਸਮਾਂ ਪਿਆ, ਭਾਈ ਭਿਖਾਰੀ ਨੂੰ ਫਿਰ ਇਹਨੇ ਦੱਸਿਆ ਮੈਂ ਅੰਮ੍ਰਿਤਸਰੋਂ ਆਇਆ, ਮੈਨੂੰ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਭੇਜਿਆ। ਭਾਈ ਭਿਖਾਰੀ ਦੀਆਂ ਚਰਨ ਫੜੇ ਵੀ ਸ਼ੁਕਰ ਹੈ ਮੇਰੇ ਘਰ ਵਿੱਚ ਜੇ ਅੰਮ੍ਰਿਤਸਰੋਂ ਸਿੱਖ ਨਹੀਂ ਆਇਆ, ਗੁਰੂ ਅਰਜਨ ਦੇਵ ਪਾਤਸ਼ਾਹ ਆਪ ਹੀ ਆ ਗਏ ਹੈ। ਬੜੀ ਸੇਵਾ ਕੀਤੀ, ਚਾਅ ਨਾਲ ਸਮਾਨ ਵਿਖਾਉਂਦਾ, ਵੇਖ ਮੇਰੇ ਪੁੱਤ ਦਾ ਵਿਆਹ ਹੈ, ਸੁਨਿਆਰਾ ਘਰ ਬਾਇਆ, ਨੂੰਹ ਵਾਸਤੇ ਗਹਿਣੇ ਕਢਾਏ ਜਾ ਰਹੇ ਹੈ, ਆਹ ਵੇਖ ਮੈਂ ਬਰੀ ਬਣਵਾ ਕੇ ਲਿਆਇਆ। ਹੋਰ ਘਰ ਦੇ ਬੜੇ ਸੋਹਣੇ ਸੌਦੇ ਪੱਤੇ, ਮਠਿਆਈਆਂ, ਹਲਵਾਈ ਬੈਠੇ ਵਿਖਾਏ, ਬੜੀਆਂ ਖੁਸ਼ੀਆਂ ਮਨਾਉਂਦਾ ਭਾਈ ਭਿਖਾਰੀ। ਇਹ ਫਿਰ ਮਨ ਵਿੱਚ ਉਹੀ ਸ਼ੰਕਾ ਕਰਦਾ ਵੀ ਮੈਨੂੰ ਤਾਂ ਲੱਗਦਾ ਨਹੀਂ ਵੀ ਇਹ ਕਿਤੇ ਭਗਤੀ ਕਰਦਾ ਹੋਵੇਗਾ, ਇਹ ਤਾਂ ਘਰ ਦੇ ਕੰਮਾਂ ਕਾਰਾਂ 'ਚ ਹੀ ਰੁੱਝਿਆ। ਫਿਰ ਘਰ ਦੇ ਇੱਕ ਪਾਸੇ ਲਿਜਾ ਕੇ ਵਿਖਾਇਆ, ਵੱਡਾ ਲੱਕੜਾਂ ਪਾੜ ਪਰ ਢੇਰ ਲਾਇਆ, ਮਰੇ ਪ੍ਰਾਣੀ ਦੀ ਅਰਥੀ ਲਿਜਾਣ ਵਾਸਤੇ ਉਹ ਪੌੜੀ ਜੀ ਸੀੜੀ ਵੀ ਬਣਾ ਕੇ ਰੱਖੀ ਹੋਈ ਨਵੀਂ, ਤੇ ਇੱਕ ਪਾਸੇ ਚਿੱਟਾ ਕਫਨ, ਇਸ਼ਨਾਨ ਵਾਸਤੇ ਜਲ, ਤੇ ਮ੍ਰਿਤਕ ਦੇ ਜਲ ਇਸ਼ਨਾਨ ਦੇ ਟੋਆ ਪੱਟਿਆ ਫੱਟਾ ਆਦਿਕ ਸਾਰਾ ਕੁਝ ਰੱਖਿਆ ਹੋਇਆ। ਵੇਖ ਕੇ ਹੈਰਾਨ ਹੁੰਦਾ ਹੈ ਤੇ ਪੁੱਛਿਆ, ਭਾਈ ਭਿਖਾਰੀ ਜੀ ਘਰ ਵਿੱਚ ਵਿਆਹ ਆ ਤੇ ਆਹ ਕਾਹਦੇ ਵਾਸਤੇ ਹੈ? ਭਾਈ ਭਿਖਾਰੀ ਜੀਆਂ ਦੱਸਿਆ ਵੀ ਸਮਾਂ ਆਉਣ ਤੇ ਸਭ ਪਤਾ ਲੱਗ ਜਾਵੇਗਾ। ਤੋ ਅਗਲਾ ਦਿਨ ਚੜ੍ਹਿਆ, ਜੰਝ ਗਈ, ਵਿਆਹ ਕੇ ਨੂੰ ਘਰੇ ਲੈ ਆਏ। 2 ਦਿਨ ਜਦੋਂ ਪਏ, ਇਹ ਭਿਖਾਰੀ ਜੀ ਦੇ ਪੁੱਤਰ ਨੂੰ ਸੂਲ ਉੱਠਿਆ ਤੇ ਉਹ ਚੜ੍ਹਾਈ ਕਰ ਗਿਆ। ਤੇ ਸਾਰੇ ਜਿਹੜੇ ਕੋਈ ਘੋੜੀਆਂ ਗਾਉਂਦੀਆਂ ਮਾਈਆਂ, ਕੋਈ ਗਾਉਣ ਵਜਾਉਣ ਵਾਲੇ ਜਿਹੜੇ ਮੂੰਹ ਨਾਲ ਹੱਸਦੇ ਸੀ, ਉਸੇ ਹੀ ਮੂੰਹ ਦੇ ਨਾਲ ਫਿਰ ਵੈਣ ਪੈਣ ਲੱਗੇ। ਘਰ ਵਿੱਚ ਇੱਕੋ ਵਾਰ ਹੀ ਮਾਹੌਲ ਜਿਹੜਾ ਗਮਕੀਨ ਹੋ ਗਿਆ। ਤੇ ਭਾਈ ਗੁਰਮੁਖ ਵੇਖ ਵੇਖ ਹੈਰਾਨ ਹੁੰਦਾ। ਇਹ ਗੱਲ ਜਾਣ ਗਿਆ ਭਾਈ ਗੁਰਮੁਖ ਵੀ ਭਾਈ ਭਿਖਾਰੀ ਵਾਕਈ ਬ੍ਰਹਮ ਗਿਆਨੀ, ਨੂੰ ਪਤਾ ਸੀ ਮੇਰੇ ਪੁੱਤਰ ਚੜ੍ਹਾਈ ਕਰ ਜਾਣਾ। ਹੱਥ ਜੋੜ ਕੇ ਬੇਨਤੀ ਕੀਤੀ ਵੀ ਭਾਈ ਸਾਹਿਬ, ਜੇ ਤੁਹਾਨੂੰ ਪਤਾ ਸੀਗਾ ਵੀ ਤੁਹਾਡੇ ਪੁੱਤਰ ਨੇ ਚੜ੍ਹਾਈ ਕਰ ਜਾਣਾ, ਤੁਹਾਡੇ ਵਿੱਚ ਸਾਰੀ ਸਮਰੱਥਾ ਹੈ ਸੀ, ਤੁਸੀਂ ਹੋਣੀ ਨੂੰ ਟਾਲ ਸਕਦੇ ਸੀ। ਚਲੋ ਜੇ ਨਹੀਂ ਵੀ ਟਾਲਣ ਦੀ ਸਮਰੱਥਾ ਸੀ, ਤੁਹਾਡੀ ਸਿਫਤ ਖੁਦ ਗੁਰੂ ਅਰਜਨ ਦੇਵ ਮਹਾਰਾਜ ਕਰਦੇ ਆ। ਜੇ ਤੁਸੀਂ ਮਹਾਰਾਜ ਨੂੰ ਬੇਨਤੀ ਕਰ ਦਿੰਦੇ ਵੀ ਪੁੱਤਰ ਦੀ ਮੌਤ ਆ ਰਹੀ, ਮਹਾਰਾਜ ਕਿਰਪਾ ਕਰਕੇ ਉਮਰ ਵਧਾਓ, ਤੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਤੁਹਾਡਾ ਬਚਨ ਕਿਤੇ ਮੋੜ ਦੇ। ਅੱਗੇ ਬੜੇ ਕੌਤਕ ਮਹਾਰਾਜ ਨੇ ਕੀਤੇ, ਤੁਹਾਡੀ ਵੀ ਜ਼ਰੂਰ ਸੁਣਦੇ। ਫਿਰ ਇਹਨੇ ਭਾਈ ਭਿਖਾਰੀ ਨੇ ਆਖਿਆ, ਭਾਈ ਕਹਿ ਤਾਂ ਅਸੀਂ ਦਿੰਦੇ, ਸਾਨੂੰ ਪਤਾ ਮਹਾਰਾਜ ਨੇ ਮੋੜਨੀ ਨਹੀਂ, ਪਰ ਅਸੀਂ ਸਤਿਗੁਰਾਂ ਦੇ ਸਨਮੁਖ ਸਿੱਖ ਬਣਨਾ ਚਾਹੁੰਦੇ ਹਾਂ। ਇਹ ਰੀਤੀਆਂ ਗੁਰਮੁਖਾਂ ਵਾਲੀਆਂ, ਮਨਮੁਖਾਂ ਵਾਲੀਆਂ। ਪਰਮੇਸ਼ਰ ਦੇ ਕੀਤੇ ਹੋਏ ਤੇ ਸੋਗ ਮਨਾਉਣਾ, ਪਰਮੇਸ਼ਰ ਦੇ ਕੀਤੇ ਹੋਏ ਹੁਕਮ ਤੇ ਪਾਣਾ ਨਾ ਮੰਨਣਾ, ਤੇ ਪਰਮੇਸ਼ਰ ਨੂੰ ਤੋਹਮਤਾਂ ਲਾਉਣੀਆਂ, ਇਹ ਮਨਮੁਖਾਂ ਦੇ ਕਾਰਜ ਹੁੰਦੇ, ਰੀਤੀ ਹੁੰਦੀ ਹੈ। ਤੇ ਸਭ ਕਰਮਾਂ ਦਾ ਫਲ ਹੈ। ਕਹਿੰਦਾ ਤੁਸੀਂ ਦੱਸੋ ਵੀ ਕੀ ਕਰਮਾਂ ਦਾ ਫਲ ਹੈ, ਵੀ ਉਹ ਕੁੜੀ ਦਾ ਕੀ ਕਸੂਰ ਜਿਹੜੀ 2 ਦਿਨ ਵਿਆਹ ਕੇ ਲਿਆਂਦੀ ਨੂੰ ਹੋਏ ਹੈ। ਭਾਈ ਭਿਖਾਰੀ ਜੀ ਦੱਸਣ ਲੱਗੇ ਵੀ ਇਹਦੇ ਵੀ ਕਰਮਾਂ ਦਾ ਹੀ ਫਲ ਹੈ। ਪਿਛਲੇ ਜਾਮੇ ਵਿੱਚ ਇਹ ਵੇਸਵਾ ਸੀਗੀ, ਤੇ ਜਿਹੜਾ ਮੇਰੇ ਘਰ ਪੁੱਤ ਜਨਮਿਆ, ਜਿਹੜਾ ਚੜ੍ਹਾਈ ਕੀਤਾ ਹੈ, ਇਹ ਪਿਛਲੇ ਜਾਮੇ ਦਾ ਬਹੁਤ ਵੱਡਾ ਤਪੱਸਵੀ ਹੋਇਆ। ਤੇ ਤਪੱਸਵੀ ਵਾਸਤੇ, ਤਪ ਕਰਨ ਵਾਲੇ ਵਾਸਤੇ ਪਰਾਇਆ ਰੂਪ ਵੇਖਣ ਤੋਂ ਵੱਡਾ ਕੋਈ ਪਾਪ ਨਹੀਂ। ਤੇ ਲੰਗਰ ਵਿੱਚੋਂ ਵਾਹਿਗੁਰੂ ਰਹਿੰਦਾ ਜੰਗਲ ਵਿੱਚ ਸੀ, ਤੇ ਮੰਗ ਕੇ ਗਜਾ ਆਦਿਕ ਕਰਕੇ ਨਗਰ 'ਚੋਂ ਖਾਂਦਾ ਸੀ। ਤੇ ਇੱਕ ਦਿਨ ਇਸ ਤਰ੍ਹਾਂ ਨਗਰ ਦੇ ਬਾਹਰ ਕਿਸੇ ਵੇਸਵਾ ਦਾ ਰੂਪ ਵੇਖਿਆ, ਤੇ ਮਨ ਵਿੱਚ ਵਿਸ਼ਾ ਭੋਗਣ ਦਾ ਫੁਰਨਾ ਕੀਤਾ। ਪਰ ਚਲੋ ਤਪ ਦਾ ਪ੍ਰਤਾਪ ਸੀ, ਮਨ ਵਿੱਚ ਮੈਲ ਹੀ ਆਈ ਹੈ। ਫਿਰ ਸੋਚਿਆ ਵੀ ਮਣਾ ਤੂੰ ਕਿੱਡਾ ਵੱਡਾ ਤਪ ਕੀਤਾ ਸਾਰੀ ਉਮਰ, ਤੇ ਲੋਕ ਕੀ ਆਖਣਗੇ, ਪਰਮੇਸ਼ਰ ਨੂੰ ਕੀ ਜਵਾਬ ਦੇਵੇਂਗਾ। ਮੁੜ ਆਇਆ ਉਹਦੇ ਦਰਵਾਜ਼ੇ ਤੋਂ, ਪਰ ਮਨ ਵਿੱਚ ਮੈਲ ਆ ਗਈ। ਤੇ ਉਹ ਤਪ ਦੇ ਬਲ ਕਰਕੇ ਜਿਹੜਾ ਹੈ, ਇਹਨੂੰ ਦੁਬਾਰਾ ਮਨੁੱਖਾ ਜਨਮ ਤੇ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਸਿੱਖਾਂ ਕਰੇ ਹੋਇਆ। ਇਹਦਾ ਤਾਂ ਉਦਾਰਾ ਹੋਣਾ ਹੀ, ਪਰ ਮਨੁੱਖਾ ਜਨਮ ਨੂੰ ਇੱਕ ਹੋਰ ਪ੍ਰਾਪਤ ਕਰਨਾ ਪਿਆ, ਸਿਰਫ ਮਨ ਵਿੱਚ ਮੈਲ ਲਿਆਉਣ ਕਰਕੇ। ਤੇ ਜਿਹੜੀ ਉਹ ਬੱਚੀ ਹੈ ਹੁਣ ਮੇਰੀ ਨੂੰਹ ਬਣੀ ਹੈ, ਪੁੱਤਰ ਮੇਰੇ ਦੀ ਵਿਧਵਾ, ਇਹ ਉਹ ਵੇਸਵਾ ਸੀਗੀ। ਔਰ ਸਾਰੀ ਰਾਤ ਜਦੋਂ ਇਹ ਤਪੱਸਵੀ ਇਹਦੇ ਬੂਹੇ ਅੱਗੋਂ ਮੋੜ ਆਇਆ, ਤੇ ਵੇਸਵਾ ਸਾਰੀ ਰਾਤ ਚਿਤਵਦੀ ਰਹੀ, ਸਿਮਰਨ ਕਰਦੀ ਰਹੀ ਇਸੇ ਦਾ ਹੀ, ਜਿਸ ਕਰਕੇ
ਇਹਨੂੰ ਇਹਦੀ ਪਤਨੀ ਹੋਣ ਦਾ ਸੁਭਾਗ ਪ੍ਰਾਪਤ ਹੋਇਆ, ਕਿਉਂਕਿ ਉਹ ਤਪੱਸਵੀ ਸੀ ਅਤੇ ਤਪੱਸਵੀ ਦਾ ਪ੍ਰਤਾਪ ਕਰਕੇ, ਤਪ ਕਰਕੇ, ਜਿਹੜੇ ਇਹਦੇ ਦਰਸ਼ਨਾਂ ਕਰਕੇ ਇਹਨੂੰ ਸਿੱਖਾਂ ਦੇ ਘਰੇ ਜਨਮ ਮਿਲਿਆ। ਅਤੇ ਹੁਣ ਇਹ ਭਾਈ ਭਿਖਾਰੀ ਜੀ ਨੇ ਵੀ ਦੱਸ ਦਿੱਤਾ ਵੀ ਕਿਉਂਕਿ ਤ੍ਰੈਕਾਲਦਰਸ਼ੀ ਹੁੰਦੇ ਹੈ ਬ੍ਰਹਮ ਗਿਆਨੀ, ਆਖਿਆ ਆਉਣ ਵਾਲੇ ਸਮੇਂ ਵਿੱਚ ਜਿਹੜੀ ਇਹ ਸਾਡੀ ਨੂੰਹ ਹੈ, ਠੀਕ ਹੈ ਵਿਧਵਾ ਹੋ ਗਈ ਹੈ, ਪਰ ਬਹੁਤ ਭਾਰੀ ਜਪ ਤਪ ਕਰਕੇ ਨਾਮ ਦਾ ਆਸਰਾ ਲੈ ਕੇ ਬੜਾ ਵੱਡਾ ਲੰਗਰ ਚਲਾਏਗੀ। ਅਤੇ ਇਹ ਜਪ ਤਪ ਕਰਕੇ ਹੁਣ ਕਿੱਥੇ ਵੇਸਵਾ ਜੂਨੀ ਤੋਂ ਨਰਕਾਂ ਨੂੰ ਜਾਣਾ ਸੀ। ਤਪੱਸਵੀ ਦੇ ਦਰਸ਼ਨਾਂ ਦਾ ਇਹ ਫਲ ਮਿਲਿਆ ਵੀ ਉਹਦੇ ਦਰਸ਼ਨਾਂ ਦੇ ਕਾਰਨ ਸਾਡੇ ਸਿੱਖਾਂ ਦੇ ਘਰ ਜਨਮ ਲੈ ਕੇ ਹੁਣ ਸੇਵਾ ਸਿਮਰਨ ਕਰਕੇ ਇਹਦਾ ਉਧਾਰਾ ਹੋਣਾ। ਇਸ ਤਰ੍ਹਾਂ ਦੇ ਬਚਨ ਕਹੇ, ਧੰਨ ਧੰਨ ਕਰ ਉੱਠਿਆ ਗੁਰਮੁਖ, ਚਰਨੀ ਡਿੱਗਿਆ ਭਾਈ ਭਿਖਾਰੀ ਜੀ ਦੇ। ਅਤੇ ਅੰਮ੍ਰਿਤਸਰ ਸਾਹਿਬ ਜਾ ਕੇ ਸਾਰੀ ਸੰਗਤ ਨੂੰ ਭਰੇ ਪੰਡਾਲ ਵਿੱਚ ਦੱਸਿਆ ਵੀ ਸਾਧ ਸੰਗਤ ਜੀ, ਜਿਹੜੇ ਗੁਰੂ ਦੇ ਚਰਨੀ ਆਪ ਬੈਠੇ ਹੋਏ ਹੋ, ਕਿਉਂਕਿ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਵੀ ਉਸੇ ਪੰਡਾਲ ਵਿੱਚ ਸਜੇ ਹੋਏ, ਆਖਿਆ ਜਿਹੜੇ ਪਾਤਸ਼ਾਹ ਦੇ ਚਰਨੀ ਆਪ ਸਜੇ ਹੋ, ਇਹਨਾਂ ਦੀ ਤਾਂ ਸੋਭਾ ਕੀ ਕਰਨੀ, ਅਨੂਪਮ ਹੈ। ਇਹਨਾਂ ਦਾ ਇੱਕ ਇੱਕ ਸਿੱਖ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਵਰਗਾ। ਜਿਹੋ ਜਿਹੇ ਪਾਤਸ਼ਾਹ ਆਪ ਅਡੋਲ ਹਨ, ਉਹੋ ਜਿਹੇ ਇਹਨਾਂ ਦੇ ਸਿੱਖ ਵੀ ਬੜੇ ਅਡੋਲ ਹੈ। ਅਤੇ ਮੈਂ ਭਾਈ ਭਿਖਾਰੀ ਜੀ ਦਾ ਸਿਦਕ ਵੇਖ ਕੇ ਆਇਆ। ਪੁੱਤਰ ਚੜ੍ਹਾਈ ਕਰ ਜਾਣ 'ਤੇ ਰਾਈ ਦੇ ਦਾਣੇ ਮਾਤਰ ਵੀ ਉਹਦੇ ਮੱਥੇ 'ਤੇ ਛਿਕਣ ਨਹੀਂ ਵੇਖਿਆ। ਇਹੋ ਜਿਹੇ ਸੰਤਾਂ ਭਗਤਾਂ ਦੀ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਕਥਾ ਸੁਣੀ। ਅਤੇ 3 ਰਾਸਾਂ ਗੁਰਪ੍ਰਤਾਪ ਸੂਰਜ ਗ੍ਰੰਥ ਦੀਆਂ ਸਾਧ ਸੰਗਤ ਜੀ ਸੰਪੂਰਨ ਹੋਈਆਂ। ਚੌਥੀ ਰਾਸ ਅੱਜ ਆਰੰਭ ਹੋਵੇਗੀ। ਹਰੇਕ ਰਾਸ ਦੀ ਮਰਿਆਦਾ ਰੱਖੀ ਕਵੀ ਦੀਆਂ, ਕਿਉਂਕਿ ਇਹਦਾ ਨਾਮ ਗੁਰਪ੍ਰਤਾਪ ਸੂਰਜ ਗ੍ਰੰਥ ਹੈ। ਜਿਵੇਂ ਸੂਰਜ ਦੀਆਂ 12 ਰਾਸਾਂ ਹੁੰਦੀਆਂ, ਇੱਕ ਰਾਸ 'ਚੋਂ ਨਿਕਲ ਕੇ ਦੂਜੀ ਰਾਸ 'ਚ ਜਾਂਦਾ, ਉਵੇਂ ਇਹ ਗ੍ਰੰਥ ਵੀ ਸੂਰਜ ਵਾਂਗੂ ਇੱਕ ਰਾਸ 'ਚੋਂ ਹੁਣ ਇਹਦਾ ਜਿਹੜਾ ਪ੍ਰਸੰਗ ਹੈ ਦੂਜੀ ਰਾਸ ਵਿੱਚ ਜਾ ਰਿਹਾ। ਜਿੱਥੇ ਹੁਣ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੇ ਸ਼ਹੀਦੀ ਦੇ ਕਾਰਨ ਆਰੰਭ ਹੋਣਗੇ ਵੀ ਕਿਵੇਂ ਚੰਦੂ ਨੇ ਆਪਣੀ ਧੀ ਦਾ ਰਿਸ਼ਤਾ ਜਿਹੜਾ ਕਰਨਾ ਗੁਰੂ ਘਰ ਨੂੰ, ਫਿਰ ਗੁਰੂ ਘਰ ਨੂੰ ਮਜ਼ਾਕ ਕੀਤਾ ਦਿੱਲੀ ਦੀਆਂ ਸੰਗਤਾਂ ਨੇ, ਚੰਦੂ ਦੀ ਧੀ ਦਾ ਰਿਸ਼ਤਾ ਨਕਾਰਨ ਵਾਸਤੇ ਪਾਤਸ਼ਾਹ ਨੂੰ ਕਹਿਣਾ। ਇਹ ਸਾਰੇ ਪ੍ਰਸੰਗ ਆਰੰਭ ਹੋਣਗੇ। ਜਿਹੜੀ ਮਰਿਆਦਾ ਹੈ ਰਾਸ ਆਰੰਭ ਹੋਣ ਦੀ, ਕਵੀ ਜੀ 10 ਪਾਤਸ਼ਾਹੀਆਂ ਦੇ ਮੰਗਲ ਕਰਨਗੇ ਪਹਿਲਾਂ, ਉਸ ਤੋਂ ਬਾਅਦ ਸਾਧ ਸੰਗਤ ਜੀ ਅੱਗੇ ਕਥਾ ਜਿੱਥੋਂ ਆਪਾਂ ਲੜੀ ਛੱਡੀ ਹੈ ਇੱਥੋਂ ਹੀ ਆਰੰਭ ਹੋ ਜਾਵੇਗੀ। ਤੋ ਚਿੱਤ ਬਿਰਤੀ ਇਕਾਗਰ ਕਰਦਿਆਂ ਹੋਇਆਂ ਅੱਜ 10 ਪਾਤਸ਼ਾਹੀਆਂ ਦੇ ਮੰਗਲਾਂ ਦੀ ਕਥਾ ਸ਼ਰਵਣ ਕਰੀਏ ਜੀ। ਚਿੱਤ ਬਿਰਤੀ ਇਕਾਗਰ ਕਰੋ, ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਹਿਰਦੇ ਵਸਾਓ ਜੀ। ਆਖਣਾ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ, ਅਥ ਚਤੁਰਥ ਰਾਸ ਵਰਣਨੰ। ਤੋ ਇੱਕ ਓੰਕਾਰ ਕਵੀ ਸੰਤੋਖ ਸਿੰਘ ਜੀ ਇਸ਼ਟ ਦੇਵ ਦਾ ਮੰਗਲ ਕਰਦੇ ਹੈ, ਕਿਉਂਕਿ ਜਿੰਨੇ ਕਵੀ ਸਾਧ ਸੰਗਤ ਜੀ ਸੰਸਾਰ ਦੇ ਸਭ ਆਪੋ ਆਪਣੇ ਧਰਮਾਂ ਅਨੁਸਾਰ ਮੰਗਲ ਕਰਦੇ ਹੈ। ਕਵੀ ਜੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਸਿੱਖ ਹੋਣ ਕਰਕੇ ਸੰਤੋਖ ਸਿੰਘ ਸਾਹਿਬ ਪਰਮੇਸ਼ਰ ਦਾ ਮੰਗਲ ਕਰਦੇ ਆ। ਇੱਕ ਜਿਹੜਾ ਅਦੁੱਤੀ ਹੈ, ਜਿਹਦੇ ਬਰਾਬਰ ਕੋਈ ਦੂਜਾ ਨਹੀਂ, ਓੰਕਾਰ ਉਹ ਸਮੂਹ ਦਾ ਪ੍ਰਕਾਸ਼ਕ ਹੈ ਭਾਈ, ਜੋ ਦਿਸਦਾ ਪਰਮੇਸ਼ਰ ਦਾ ਬਣਾਇਆ ਹੈ। ਸਤ ਨਾਸ਼ ਤੋਂ ਰਹਿਤ, ਗੁਰ ਚੇਤਨ ਸਰੂਪ ਅਤੇ ਪ੍ਰਸਾਦ ਆਨੰਦ ਸਰੂਪ ਹੈ। ਇਹ ਇੱਕ ਓੰਕਾਰ ਜਿਹੜਾ ਪਰਮੇਸ਼ਰ ਹੈ, ਇਹਦੀ ਪ੍ਰਾਪਤੀ ਸਤ ਗੁਰ ਪ੍ਰਸਾਦ, ਸਤ ਸੱਚੇ ਗੁਰੂ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀ ਪ੍ਰਸਾਦ ਕਹੀਏ ਕਿਰਪਾ ਹੋਵੇ ਤੇ ਫਿਰ ਪ੍ਰਾਪਤੀ ਹੁੰਦੀ ਹੈ। ਅਥ ਚਤੁਰਥ ਰਾਸ ਵਰਣਨੰ। ਕਵੀ ਜੀ ਕਹਿੰਦੇ ਹੁਣ ਭਾਈ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਅਸੀਂ ਚੌਥੀ ਰਾਸ ਵਰਣਨ ਕਰਦੇ ਹਾਂ, ਆਰੰਭ ਕਰ ਰਹੇ ਹਾਂ। ਦੋਹਰਾ ਬੀਨ ਦੰਡ ਪਾਣੀ ਨਮਹਿ। ਤੋ ਸਾਧ ਸੰਗ ਜੀ ਜਿਹੜੇ ਕੋਈ ਕਵੀ ਲੋਕ ਹੈ ਨਾ, ਇਹਨਾਂ ਨੇ ਇੱਕ ਸ਼ਕਤੀ ਮੰਨੀ ਹੋਈ ਜਿਹੜੀ ਕਵਿਤਾ ਦੀ, ਵੀ ਕਵਿਤਾ ਕਵੀ ਲਿਖਦੇ ਕਹਿੰਦੇ ਕੋਈ ਦਾਤੀ ਆ ਕਵਿਤਾ ਦੀ ਜਿਹੜੀ ਸਾਨੂੰ ਕਵਿਤਾ ਲਿਖਾਉਂਦੀ। ਜਿੰਨੇ ਵੀ ਕਵੀ ਹੈ ਚਾਹੇ ਯੂਰਪ ਦੇ ਹੈ, ਉਹ ਵੀ ਇੱਕ ਸ਼ਕਤੀ ਮੰਨਦੇ ਹੈ। ਭਾਰਤ ਵਰਸ਼ ਦੇ ਜਿਹੜੇ ਕਵੀ ਹੈ
ਉਹ ਕਵਿਤਾ ਦੀ ਦਾਤੀ ਸਰਸਵਤੀ ਨੂੰ ਮੰਨਦੇ ਹਨ। ਤੋ ਗੁਰਮਤਿ ਦੇ ਵਿੱਚ ਕਵਿਤਾ ਦੀ ਦਾਤੀ ਜਿਹੜੀ ਉਹ ਸ਼੍ਰੇਸ਼ਟ ਬੁੱਧ ਹੈ ਜਾਂ ਗੁਰਬਾਣੀ ਹੈ। ਤੋ ਕਵੀ ਰਾਜ ਕਵੀ ਸੰਤੋਖ ਸਿੰਘ ਸਾਹਿਬ ਜੀ ਇਹ ਅੱਗੇ ਕਵ ਸੰਕੇਤ ਮਰਿਆਦਾ ਦਾ ਮੰਗਲ ਕਰਦੇ ਹੈ। ਬੀਨ ਦੰਡ ਪਾਇ ਨ ਮਹਿ ਤੋ ਪਾਣੀਣ ਮਹਿ। ਕਵੀ ਜੀ ਕਹਿੰਦੇ ਕਿ ਉਹ ਕਵਿਤਾ ਦੀ ਦਾਤੀ ਪਾਣੀਣ ਜਿਹਦੇ ਪਾਣੀਣ ਹੱਥਾਂ ਦੇ ਮਹਿ ਵਿੱਚ ਬੀਨ ਦੰਡ ਦੰਡੇ ਵੱਤ ਬੀਨ ਪਕੜੀ ਹੋਈ, ਕਿਉਂਕਿ ਸਰਸਵਤੀ ਦੇ ਹੱਥ ਵਿੱਚ ਬੀਨ ਸਾਜ ਮੰਨਿਆ ਜਾਂਦਾ ਹੈ। ਇਸ ਕਰਕੇ ਕਵੀ ਜੀ ਕਹਿ ਰਹੇ ਹਨ ਸਰਬੋਤਮਾ ਪਰਬੀਨ। ਤੇ ਉਹ ਸਰਬ ਓਤਮਾ ਸਾਰਿਆਂ ਤੋਂ ਉੱਤਮ ਹੈ ਉਹ, ਤੋ ਨਾਲ ਹੀ ਸਾਰਿਆਂ ਤੋਂ ਉੱਤਮ ਵੀ ਹੈ ਤੇ ਬੜੀ ਪ੍ਰਬੀਣ ਹੈ, ਬੜੀ ਚਤੁਰ ਤੇ ਬੜੀ ਸਿਆਣੀ ਹੈ। ਬੀਨ ਬੀਨ ਬਿਘਨਨ ਹਨਹਾ। ਇਸ ਕਰਕੇ ਇਹ ਕਵਿਤਾ ਦੀ ਦਾਤੀ ਸ਼੍ਰੇਸ਼ਟ ਮਤ ਸ਼੍ਰੇਸ਼ਟ ਬੁੱਧੀ ਜਾਂ ਗੁਰਬਾਣੀ ਹਿੰਦੂ ਮਤ ਅਨੁਸਾਰ ਇਹ ਸਾਰਸਵਤੀ। ਬੀਨ ਬੀਨ ਬਿਘਨਨ ਹਨੋ, ਬੀਨ ਨਾਮ ਚੁਣਨ ਦਾ। ਜਿੰਨੇ ਕਵਿਤਾ ਮੇਰੀ ਲਿਖਣ ਵਿੱਚ ਆਉਣ ਸਮੇਂ ਪੈਣ ਵਾਲੇ ਵਿਘਨ ਹੈ ਉਹਨਾਂ ਨੂੰ ਬੀਨ ਬੀਨ ਚੁਣ ਚੁਣ ਕੇ ਹਨੋਂ ਕਹੀਏ ਨਾਸ਼ ਕਰ ਦੇਣਾ ਕਰੋ। ਦਾਤੀ ਸਮਾਤਨ ਕਵੀਨ। ਕਿਉਂਕਿ ਹੇ ਸ਼੍ਰੇਸ਼ਟ ਬੁੱਧੀ ਜਾਂ ਸਰਸਵਤੀ ਤੂੰ ਸਾਰੇ ਕਵੀਆਂ ਨੂੰ ਸ਼੍ਰੇਸ਼ਟ ਮਤ ਦੇਣ ਵਾਲੀ ਦਾਤੀ ਹੈ। ਚੌਪਈ ਕਰੁਣਾ ਆਕਰ ਕਲਮਲ ਹਰਨਾ। ਤੋ ਅੱਗੇ ਕਵੀ ਜੀ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦਾ ਮੰਗਲ ਕਰਦੇ ਆ, ਮਹਿਮਾ ਮੰਗਲ। ਗੁਰੂ ਨਾਨਕ ਪਾਤਸ਼ਾਹ ਕੈਸੇ ਹੈ? ਕਰਨਾ ਦਾ ਆਕਰ ਕਹੀਏ ਖਜ਼ਾਨਾ, ਕਰਨਾ ਨਾਮ ਕਿਰਪਾ ਦਾ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀ ਕਿਰਪਾ ਦੇ ਖਜ਼ਾਨੇ ਹੈ। ਕਲਮਲ ਹਰਨਾ, ਕਲਮਲ ਪਾਪਾਂ ਦਾ ਜਿੰਨੇ ਪਾਪ ਹੈ ਸਾਰਿਆਂ ਦੇ ਹਰਨਾ ਕਹੀਏ ਨਾਸ਼ ਕਰਨ ਵਾਲੇ ਧੰਨ ਗੁਰੂ ਨਾਨਕ ਦੇਵ ਜੀ ਹਨ। ਹਰ ਨਾਮਾ ਚਿਤ ਨੀਤ ਸਿਮਰਨਾ। ਤੇ ਹਰੀ ਪਰਮੇਸ਼ਰ ਦਾ ਜਿਹੜਾ ਨਾਮ ਹੈ ਗੁਰੂ ਨਾਨਕ ਪਾਤਸ਼ਾਹ ਨੇ ਕੀ ਉਪਦੇਸ਼ ਦਿੱਤਾ, ਕਿਵੇਂ ਮਹਾਰਾਜ ਪਾਪਾਂ ਦਾ ਨਾਸ਼ ਕਰਦੇ ਹੈ। ਉਹ ਮਹਾਰਾਜ ਨੇ ਚਾਹੇ ਕੌਡਾ ਰਾਖਸ਼ ਹੈ, ਖਾਲਸਾ ਜੀ ਵਲੀ ਕੰਧਾਰੀ ਹੈ, ਕੋਈ ਪਾਪੀ ਤੋਂ ਪਾਪੀ ਜੋਗਣੀਆਂ ਹਨ, ਜਾਦੂਗਰਨੀਆਂ ਬੰਗਾਲ ਦੀਆਂ, ਸਾਜਨ ਠੱਗ ਵਰਗੇ, ਸਾਰਿਆਂ ਨੂੰ ਪਾਤਸ਼ਾਹ ਨੇ ਹੀ ਉਪਦੇਸ਼ ਦਿੱਤਾ ਵੀ ਨਾਮ ਜਪੋ ਭਾਈ, ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰਨਾ। ਤੋ ਇਸ ਕਰਕੇ ਕਵੀ ਜੀ ਕਹਿੰਦੇ ਗੁਰੂ ਨਾਨਕ ਪਾਤਸ਼ਾਹ ਜੀ ਪਾਪਾਂ ਨੂੰ ਨਾਸ਼ ਕਰਦੇ ਹੈ। ਕਰਦੇ ਕਿਵੇਂ ਹੈ? ਉਪਦੇਸ਼ ਦੇ ਕੇ। ਉਪਦੇਸ਼ ਕੀ ਹੈ? ਹਰ ਨਾਮਾ ਚਿਤ ਨੀਤ ਸਿਮਰਨਾ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਹਰੀ ਹਰੀ ਪਰਮੇਸ਼ਰ ਅਕਾਲ ਪੁਰਖ ਦਾ ਜਿਹੜਾ ਸਿਮਰਨ ਹੈ ਉਹ ਨਿਤਾ ਪ੍ਰਤੀ ਸਿਮਰਨਾ ਚਾਹੀਦਾ ਹੈ। ਮਰਨਾ ਜਨਮ ਨ ਇਵ ਜਗ ਤਰਨਾ। ਤੋ ਪਾਤਸ਼ਾਹ ਮਹਾਰਾਜ ਦਾ ਜਿਹੜਾ ਉਪਦੇਸ਼ ਮੰਨੇਗਾ, ਸਿੱਖ ਨਾਮ ਸਿਮਰੇਗਾ, ਮਰਨਾ ਜਨਮ ਨਾ ਇਵ ਜਗ ਤਰਨਾ, ਉਹਨੂੰ ਸੰਸਾਰ ਤੇ ਜੰਮਣਾ ਮਰਨਾ ਨਹੀਂ ਪਵੇਗਾ। ਜਿਹੜਾ ਜੰਮੇ ਮਰੇਗਾ ਨਹੀਂ। ਤੋ ਉਪਦੇਸ਼ ਮਹਾਰਾਜ ਦਾ ਲੈ ਕੇ ਵਾਹਿਗੁਰੂ ਵਾਹਿਗੁਰੂ ਜਪ ਕੇ ਇਸ ਸੰਸਾਰ ਸਮੁੰਦਰ ਤੋਂ ਤਰ ਜਾਵੇਗਾ। ਤਰਨਾ ਪਰ ਬਿਰਖਾਨਹਿ ਕਰਨਾ। ਤੋ ਪਾਤ ਬਿਰਥਾ, ਇੱਥੇ ਥੱਥਾ ਆਇਆ ਖੱਖਾ ਨਹੀਂ, ਥੱਥਾ ਪਾਠ ਇੱਥੇ, ਬਿਰਥਾ ਨਹਿ ਕਰਨਾ। ਤੋ ਫਿਰ ਕਵੀ ਜੀ ਕਹਿੰਦੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੂੰ ਧਿਆਓ ਭਾਈ, ਮਹਾਰਾਜ ਦਾ ਬਚਨ ਮੰਨ ਕੇ ਉਪਦੇਸ਼ ਗ੍ਰਹਿਣ ਕਰੋ। ਕਿਉਂ? ਕਿਉਂਕਿ ਪਾਤਸ਼ਾਹ ਕਵੀ ਜੀ ਕਹਿੰਦੇ ਸਾਡੀ ਨਮਸਕਾਰ ਹੈ ਕਿਹਨੂੰ? ਸੱਚੇ ਗੁਰੂ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜਿਹੜੇ ਸੁੱਖਾਂ ਦੇ ਮੁੱਢ ਹਨ, ਬੱਦਲ ਹਨ। ਕੰਦਲ ਦਾਸਨ ਦੇਤ ਆਨੰਦ। ਤੇ ਸੱਚੇ ਪਾਤਸ਼ਾਹ ਸਾਰਿਆਂ ਦਾਸਾਂ ਨੂੰ ਆਨੰਦ ਦੇਣ ਵਾਲੇ ਆ। ਗੁਰੂ ਨਾਨਕ ਪਾਤਸ਼ਾਹ ਜੀ ਪਾਪਾਂ ਨੂੰ ਕੱਟਣ ਵਾਲੇ, ਦੁੱਖਾਂ ਨੂੰ ਨਾਸ਼ ਕਰਨ ਵਾਲੇ ਤੇ ਸਾਰਿਆਂ ਵਿਘਨਾਂ ਕਲੇਸ਼ਾਂ ਨੂੰ ਨਾਸ਼ ਕਰਕੇ ਸਿੱਖਾਂ ਦੇ ਹਿਰਦੇ ਵਿੱਚ ਆਨੰਦ ਹੀ ਆਨੰਦ ਦੇਣ ਵਾਲੇ ਦਾਤੇ ਹੈ। ਨੰਦਨ ਕਾਲੂ ਕੇਰ ਮੁਕੰਦ। ਨੰਦਨ ਪੁੱਤ ਦਾ ਨਾਮ ਹੈ, ਕਾਲੂ ਜੀ ਬਾਬਾ ਕਲਿਆਣ ਚੰਦ ਜੀ ਦੇ ਪੁੱਤਰ ਕਹੀਏ ਉਹ ਗੁਰੂ ਨਾਨਕ ਪਾਤਸ਼ਾਹ ਜੀ। ਇਹ ਤਾਂ ਮੁਕਤੀ ਦੇ ਦਾਤੇ ਹਨ। ਕੰਦਨ ਬਿਗਨ ਸਦਾ ਜਗ ਬੰਦ। ਗੁਰੂ ਨਾਨਕ ਪਾਤਸ਼ਾਹ ਜੀ ਸੰਸਾਰ ਦੇ ਸਾਰੇ ਬੰਧਨਾਂ ਨੂੰ ਕੰਦਨ ਕਹੀਏ ਕੱਟਣ ਵਾਲੇ ਹੈ। ਇਹੋ ਜਿਹੇ ਸੱਚੇ ਪਾਤਸ਼ਾਹ ਦੇ ਚਰਨਾਂ ਤੇ ਸਦਾ ਵਾਸਤੇ ਬੰਦਨਾ ਹੈ। ਸਾਰਾ ਜਗ ਹੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਚਰਨਾਂ 'ਚ ਝੁਕਦਾ ਹੈ। ਜਗ ਦੇ ਪੂਜਬੇ ਯੋਗ ਹਨ। ਚੌਪਈ ਅੰਗਦ ਗੁਰੂ ਸਹਾਇਕ ਸੰਗ। ਅੱਗੇ ਕਵੀ ਜੀ ਧੰਨ ਗੁਰੂ ਅੰਗਦ ਦੇਵ ਮਹਾਰਾਜ ਦੇ ਮਹਿਮਾ ਦਾ ਮੰਗਲ ਕਰਦੇ ਹੈ। ਸੱਚੇ ਪਾਤਸ਼ਾਹ ਗੁਰੂ ਅੰਗਦ ਦੇਵ ਜੀ
ਆਪਣੇ ਨਾਮ ਜਪਣ ਵਾਲੇ ਸਿੱਖਾਂ ਦੀ ਸਦਾ ਸਹਾਇਤਾ ਕਰਨ ਵਾਲੇ ਹੈ, ਸਿੱਖਾਂ ਦੇ ਸਦਾ ਸੰਗ ਰਹਿਣ ਵਾਲੇ ਹਨ। ਸੰਗਤ ਸੇਵਤ ਸਹਤ ਉਮੰਗ। ਇਸ ਕਰਕੇ ਗੁਰੂ ਅੰਗਦ ਦੇਵ ਪਾਤਸ਼ਾਹ ਮਹਾਰਾਜ ਨੂੰ ਸੰਗਤਾਂ ਬਹੁਤ ਸੇਵਦੀਆਂ, ਬੜਾ ਯਾਦ ਕਰਦੀਆਂ, ਬੜੇ ਉਤਸ਼ਾਹ ਤੇ ਪ੍ਰੇਮ ਦੇ ਨਾਲ। ਇੱਥੇ ਖਡੂਰ ਸਾਹਿਬ ਮਹਾਰਾਜ ਦੇ ਘਰ ਜਾ ਕੇ ਖਾਲਸਾ ਜੀ ਵੇਖੋ, ਅੱਜ ਵੀ ਸੰਗਤਾਂ ਧੰਨ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਘਰਾਂ ਵਿੱਚ ਐਨ ਹਾਜ਼ਰੀ ਭਰਦੀਆਂ, ਹੋਮ ਹੁਮਾ ਕੇ ਬਹੁਤ ਪ੍ਰੇਮ ਕਰਦੀਆਂ। ਕੋਈ ਲੰਗਰਾਂ ਦੀ ਸੇਵਾ ਕਰਦਾ, ਕੋਈ ਬਰਤਨ ਮਾਂਜਦਾ ਦਿਸੇ ਤੁਹਾਨੂੰ, ਕੋਈ ਝਾੜੂ ਲਾਉਂਦਾ ਦਿਸੇਗਾ। ਗਰੀਬ ਨਵਾਜ ਮਹਾਰਾਜ ਨੂੰ ਸੰਗਤਾਂ ਬਹੁਤ ਪ੍ਰੇਮ ਉਤਸ਼ਾਹ ਦੇ ਨਾਲ ਯਾਦ ਕਰਦੀਆਂ, ਹਜ਼ੂਰ ਦੀ ਸੇਵਾ ਕਰਦੀਆਂ ਹਨ। ਮੰਗਤ ਸਿੱਖ ਮੁਕਤ ਹਰ ਰੰਗ। ਤੇ ਜਿਹੜੇ ਸਿੱਖ ਹੈ ਨਾ, ਪਾਤਸ਼ਾਹ ਗੁਰੂ ਅੰਗਦ ਦੇਵ ਮਹਾਰਾਜ ਤੋਂ ਮੰਗਦੇ ਕੀ ਹੈ? ਮੁਕਤ ਹਰ ਰੰਗ। ਹੇ ਸੱਚੇ ਪਾਤਸ਼ਾਹ ਗੁਰੂ ਅੰਗਦ ਦੇਵ, ਤੁਸੀਂ ਮੁਕਤੀ ਦੇ ਦਾਤੇ ਹੋ। ਜੇ ਸਾਨੂੰ ਮੁਕਤੀ ਦੇਣੀ ਹੈ ਤੇ ਪਾਤਸ਼ਾਹ ਜੀ ਹਰੀ ਪਰਮੇਸ਼ਰ ਦੇ ਰੰਗ ਵਾਲੀ, ਪ੍ਰੇਮ ਵਾਲੀ ਮੁਕਤੀ ਦੇਣਾ ਕਰੋ ਜੀ। ਰੰਗਤ ਬ੍ਰਹਮ ਗਿਆਨ ਪ੍ਰਭ ਅੰਗ। ਜਾਂ ਇਹਦਾ ਅਰਥ ਇਉਂ ਵੀ ਕਵੀ ਸੰਤੋਖ ਸਿੰਘ ਕਹਿੰਦਾ, ਮਹਾਰਾਜ ਮੈਂ ਮੰਗਤਾ ਤੇਰੇ ਦਰ ਦਾ, ਤੇ ਇਥੋਂ ਮੰਗਦਾ ਮੈਨੂੰ ਪ੍ਰੇਮ ਦੀ ਮੁਕਤੀ ਦੇ ਦਿਓ ਪਾਤਸ਼ਾਹ। ਰੰਗਤ ਬ੍ਰਹਮ ਗਿਆਨ ਪ੍ਰਭ ਅੰਗ। ਹੇ ਪ੍ਰਭੂ ਗੁਰੂ ਅੰਗਦ ਦੇਵ ਪਾਤਸ਼ਾਹ ਜੀ, ਪਰਮੇਸ਼ਰ ਅਕਾਲ ਪੁਰਖ ਦੇ ਰੰਗਤ ਚਾੜ ਦਿਓ ਨਾਮ ਦੀ, ਤੋ ਮੇਰਾ ਅੰਗ ਜਿਹੜਾ ਮਨ ਹੈ ਉਹਨੂੰ ਪਰਮੇਸ਼ਰ ਦੇ ਨਾਮ ਦੀ ਰੰਗਤ ਚਾੜ ਕਰਕੇ ਬ੍ਰਹਮ ਗਿਆਨ ਦੀ ਦਾਤ ਬਖਸ਼ ਦਿਓ ਜੀ। ਦੀਨ ਦਿਆਲ ਸੇਵਤ ਜਿਨ ਲੀਨ। ਅੱਗੇ ਕਵੀ ਜੀ ਧੰਨ ਗੁਰੂ ਅਮਰਦਾਸ ਮਹਾਰਾਜ ਦਾ ਮਹਿਮਾ ਮੰਗਲ ਕਰਦੇ ਹੈ। ਜਿਹੜੇ ਗੁਰੂ ਅਮਰਦਾਸ ਮਹਾਰਾਜ ਜੀ ਹੈ, ਉਹਨਾਂ ਨੇ ਦੀਨਾਂ ਤੇ ਦਇਆ ਕਰਨ ਵਾਲੇ ਕੌਣ? ਗੁਰੂ ਅੰਗਦ ਦੇਵ ਪਾਤਸ਼ਾਹ ਜੀ। ਸੇਵਤ ਜਿਨ ਲੀਨ। ਜਿਸ ਗੁਰੂ ਅਮਰਦਾਸ ਪਾਤਸ਼ਾਹ ਨੇ 12 ਵਰ੍ਹੇ ਖਾਲਸਾ ਜੀ, ਜਿੱਥੇ ਹੁਣ ਗੋਇੰਦਵਾਲ ਸਾਹਿਬ ਦਾ ਸਥਾਨ ਹੈ ਨਾ, ਇੱਥੋਂ ਗਾਗਰ ਚੁੱਕਦੇ ਸੀ। 62 ਵਰ੍ਹਿਆਂ ਤੋਂ ਉੱਪਰ ਉਮਰ ਸੀ ਸੱਚੇ ਪਾਤਸ਼ਾਹ ਜੀ ਦੀ। ਤੋ ਪਾਤਸ਼ਾਹ ਮਹਾਰਾਜ ਸਾਧ ਸੰਗਤ ਜੀਓ 12 ਵਰ੍ਹੇ ਬਿਨਾਂ ਨਾਗਾ ਪਾਏ। ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀਆਂ ਗੋਇੰਦਵਾਲ ਸਾਹਿਬ ਵਾਲੇ ਸਥਾਨ ਤੋਂ ਗਾਗਰ ਭਰਨੀ ਤੇ ਖਡੂਰ ਸਾਹਿਬ ਲੈ ਕੇ ਜਾਣੀ। ਵਿਸ਼ੇਸ਼ਤਾ ਇਹ ਮਹਾਰਾਜ ਦੀ, ਗੁਰੂ ਅਮਰਦਾਸ ਪਾਤਸ਼ਾਹ ਜੀ ਦੀ, ਜਦੋਂ ਜਾਂਦੇ ਸੀ ਗਾਗਰ ਲੈਣ, ਖਾਲੀ ਗਾਗਰ ਫੜ ਕੇ ਖਡੂਰ ਸਾਹਿਬ ਤੋਂ ਤੇ ਪਿਛਲੇ ਪੈਰੀਂ ਤੁਰਦੇ ਹੁੰਦੇ ਸਨ। ਜਦੋਂ ਆਉਣਾ ਤੇ ਫਿਰ ਸਿੱਧਾ ਭਾਵ ਵੀ ਸਾਡਾ ਕਿਤੇ ਕੰਡ ਨਾ ਹੋ ਜੇ ਗੁਰੂ ਅੰਗਦ ਦੇਵ ਮਹਾਰਾਜ ਪਾਤਸ਼ਾਹ ਵੱਲ। ਐਡੇ ਦਿਆਲੂ ਕਿਰਪਾਲੂ ਪਾਤਸ਼ਾਹ, ਸੇਵਾ ਦੇ ਪੁੰਜ। ਤੋ ਉਹਨਾਂ ਦੀ ਮਹਿਮਾ ਕਰਦੇ ਕਵੀ ਜੀ ਕਹਿੰਦੇ, ਐਡੇ ਦੀਨਾ ਬੰਧੂ ਸੱਚੇ ਪਾਤਸ਼ਾਹ ਸਤ ਪ੍ਰਤੱਗੀ ਗੁਰੂ ਅਮਰਦਾਸ ਜੀ, ਜਿਨ੍ਹਾਂ 12 ਵਰ੍ਹੇ ਬੇਨਾਗਾ ਗਾਗਰ ਢੋ ਕੇ ਇਸ਼ਨਾਨ ਦੀ ਸੇਵਾ ਗੁਰੂ ਅੰਗਦ ਪਾਤਸ਼ਾਹ ਜੀ ਦੀ ਕੀਤੀ ਤੇ 12 ਹੀ ਵਰਦਾਨ ਲੈ ਲਏ ਗੁਰੂ ਅੰਗਦ ਦੇਵ ਮਹਾਰਾਜ ਪਾਤਸ਼ਾਹ ਤੋਂ। ਹੇ ਅਮਰਦਾਸ, ਤੂੰ ਨਿਮਾਣਿਆਂ ਦਾ ਮਾਣ, ਨਿਤਾਣਿਆਂ ਦਾ ਤਾਣ, ਨਿਓਟਿਆਂ ਦੀ ਓਟ, ਨਿਧਰਿਆਂ ਦੀ ਧਿਰ, ਨਿਗਤਿਆਂ ਦੀ ਗਤ, ਨਿਪਤਿਆਂ ਦੀ ਪੱਤ, ਅਮਰਦਾਸ ਨਿਘਰਿਆਂ ਦਾ ਘਰ, ਫਿਰ ਭੰਜਨ ਗੜਨ ਸਮਰੱਥ, ਸਭ ਜੀਵ ਕਾ ਤੁਧ ਹੱਥ। ਸਾਰੇ ਜੀਵਾਂ ਦੀ ਰੋਜੀ ਰੋਟੀ ਤੇਰੇ ਹੱਥ ਹੈ। ਜਿਹਨੂੰ ਚਾਹਵੇਂ ਭੰਨ ਦੇਵੇਂ ਸੰਸਾਰ ਨੂੰ, ਜਦੋਂ ਚਾਹਵੇਂ ਬਣਾ ਦੇਵੇਂ, ਜਦੋਂ ਚਾਹਵੇਂ ਨਾਸ਼ ਕਰ ਦੇਵੇਂ। 12 ਸਿਰੋਂ ਪਾਓ ਤੇ 12 ਜਿਹੜੇ ਵਾ ਵਰਦਾਨ ਧੰਨ ਗੁਰੂ ਅੰਗਦ ਦੇਵ ਮਹਾਰਾਜ ਪਾਤਸ਼ਾਹ ਤੋਂ। ਹੇ ਗੁਰੂ ਅਮਰਦਾਸ ਪਾਤਸ਼ਾਹ ਜੀ, ਤੁਸਾਂ ਲੈ ਲਏ ਸੇਵਾ ਕਰਕੇ। ਲੀਨ ਪ੍ਰੇਮ ਮਹਿ ਕਬਹੁ ਦੁਖੀ ਨਾ। ਤੇ ਜਿਹੜੇ ਜਿਹੜੇ ਧੰਨ ਗੁਰੂ ਅਮਰਦਾਸ ਮਹਾਰਾਜ ਦੇ ਪ੍ਰੇਮ ਵਿੱਚ ਸਿੱਖ ਲੀਨ ਰਹਿੰਦੇ ਐ, ਕਬਹੁ ਦੁਖੀ ਨਾ, ਉਹਨਾਂ ਨੂੰ ਕਦੇ ਦੁੱਖ ਨਹੀਂ ਪ੍ਰਾਪਤ ਹੁੰਦਾ ਹੈ। ਖੀਨ ਮੋਹ ਭੇ ਗਿਆਨ ਪ੍ਰਬੀਨ। ਗੁਰੂ ਅਮਰਦਾਸ ਜੀ ਮੋਹ ਨੂੰ ਖੀਣ ਕਹੀਏ, ਕੱਟਣ ਵਾਲੇ, ਨਾਸ਼ ਕਰਨ ਵਾਲੇ ਐ। ਤੇ ਜਿਨ੍ਹਾਂ ਦਾ ਮੋਹ ਗੁਰੂ ਅਮਰਦਾਸ ਮਹਾਰਾਜ ਨੇ ਕੱਟਿਆ, ਭੇ ਗਿਆਨ ਪ੍ਰਬੀਨ, ਉਹ ਬੜੇ ਗਿਆਨਵਾਨ ਹੋ ਗਏ। ਗਿਆਨ ਦੇ ਵਿੱਚ ਪ੍ਰਬੀਨ, ਸਿਆਣੇ, ਸੁਗੜ ਬਣਾ ਦਿੱਤੇ ਪਾਤਸ਼ਾਹ ਜੀ ਨੇ। ਦੀਨ ਸੋ ਅਮਰ ਗੁਰੂ ਸੁਖ ਦੀਨ। ਇਹੋ ਜਿਹੇ ਧੰਨ ਗੁਰੂ ਅਮਰਦਾਸ ਜਿਨ੍ਹਾਂ ਨੇ ਬੀਣ ਨਾਮ ਦੇਖੇ ਦਾ, ਜਿਨ੍ਹਾਂ ਗੁਰੂ ਅਮਰਦਾਸ ਮਹਾਰਾਜ ਜੀਆਂ ਦੇ ਦਰਸ਼ਨ ਕੀਤੇ, ਦਰਸ਼ਨ ਕਰਨ ਦੇ ਨਾਲ ਉਹਨਾਂ ਨੂੰ ਕਦੇ ਦੁੱਖ ਨਹੀਂ ਪ੍ਰਾਪਤ ਹੋਇਆ। ਕੇਵਲ ਸੁੱਖ ਤੇ ਸੁੱਖ ਹੀ ਮਿਲਿਆ। ਲੋਕ ਤੇ ਪਰਲੋਕ ਸਵਾਰ ਦਿੱਤੇ ਸਿੱਖਾਂ ਦੇ, ਜਿਨ੍ਹਾਂ ਨੇ ਪਾਤਸ਼ਾਹ ਦੇ ਦਰਸ਼ਨ ਕੀਤੇ। ਖਾਲਸਾ ਜੀ, ਪ੍ਰੇਮੇ ਕੋੜੀ ਵਰਗੇ ਤਾਰੇ, ਜਿਹੜੇ ਮੁਰਾਰੀ ਵਰਗੇ ਸੀਗੇ, ਜਿਨ੍ਹਾਂ ਨੂੰ ਆ ਕੋਈ ਭੂਰੀ ਵਾਲਾ ਕਹਿੰਦਾ ਸੀ ਉਹਨਾਂ ਸਮਿਆਂ ਵਿੱਚ, ਉਹਨਾਂ ਨੂੰ ਧੰਨ ਗੁਰੂ ਅਮਰਦਾਸ ਮਹਾਰਾਜ ਗਰੀਬ ਨਵਾਜ ਨੇ ਤਾਰਨਾ ਕੀਤਾ। ਪ੍ਰੇਮੇ ਕੋੜੀ ਵਰਗਿਆਂ ਨੂੰ ਮੁਰਾਰੀ ਨਾਮ ਦੇ ਕੇ ਪਾਤਸ਼ਾਹ ਨੇ ਨਾਲੇ ਕੋੜ ਦੂਰ ਕੀਤਾ ਤੇ ਨਾਲੇ ਉਹਦਾ ਘਰ ਵਸਾਇਆ।
ਤੋ ਜਿਨ੍ਹਾਂ ਜਿਨ੍ਹਾਂ ਨੇ ਮਹਾਰਾਜ ਦੇ ਚਰਨ ਸੇਵੇ, ਸਤਿਗੁਰਾਂ ਨੇ ਲੋਕ ਵੀ ਸਵਾਰ ਦਿੱਤਾ, ਉਹਨਾਂ ਦਾ ਪਰਲੋਕ ਵੀ ਸੁਧ ਕਰ ਦਿੱਤਾ ਹੈ। ਦੋਹਰਾ ਮਾਨ ਮਾਨ ਪਦ ਪਦਮ ਕੋ। ਉਹ ਕਵੀ ਜੀ ਕਹਿੰਦੇ ਐ ਜਿਹੜਾ ਮਾਣ ਸਤਿਗੁਰੂ ਰਾਮਦਾਸ ਮਹਾਰਾਜ ਦਾ ਮੰਗਲ ਹੁਣ ਕਵੀ ਜੀ ਕਰਦੇ, ਮਹਿਮਾ ਮੰਗਲ। ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਜਿਹੜੇ ਪਦ ਚਰਨ ਹੈ ਉਹ ਪਦਮ ਕਮਲ ਵਰਗੇ ਹੈ। ਹੇ ਧੰਨ ਗੁਰੂ ਰਾਮਦਾਸ ਜੀ, ਤੁਹਾਡੇ ਜਿਹੜੇ ਚਰਨ ਕਮਲ ਵਰਗੇ ਹੈ। ਮਾਣ ਮਾਣ, ਉਹ ਇਹੋ ਜਿਹੇ ਚਰਨਾਂ ਨੂੰ ਮਾਣ ਸਤਿਕਾਰ ਦੇ ਕੇ ਮਹਾਰਾਜ ਜੀ ਮੈਂ ਹਿਰਦੇ ਵਿੱਚ ਹੀ ਕਈ ਸਥਾਪਿਤ ਕਰ ਲਵਾਂ, ਹਿਰਦੇ ਵਿੱਚ ਹੀ ਬਿਰਾਜਮਾਨ ਕਰ ਲਵਾਂ ਜੀ। ਪਾਨ ਜੋਰ ਸਨਮਾਨ, ਪਾਤਸ਼ਾਹ ਤੁਹਾਡੇ ਚਰਨਾਂ ਨੂੰ ਹੱਥ ਜੋੜ ਕੇ ਸਤਿਕਾਰ ਕਰੀਏ, ਤੁਹਾਡੇ ਚਰਨਾਂ ਤੇ ਮੱਥਾ ਟੇਕੀਏ ਜੀ। ਮਾਨਸ ਮੈਂ ਹਰਦਾਸ ਸੁਤ। ਤੋ ਕਵੀ ਜੀ ਕਹਿੰਦੇ ਹਰਦਾਸ ਜੀ ਦੇ ਸੁਤ ਪੁੱਤਰ, ਹਰਦਾਸ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਿਤਾ ਸ਼੍ਰੀ ਦਾ ਨਾਮ ਸੀਗਾ। ਤੋ ਜਿਹੜੇ ਹਰਦਾਸ ਜੀ ਦੇ ਪੁੱਤਰ ਹੈ ਭਾਵ ਗੁਰੂ ਰਾਮਦਾਸ ਜੀ, ਪਾਤਸ਼ਾਹ ਮਹਾਰਾਜ ਸਾਡਾ ਜਿਹੜਾ ਮਨ ਹੈ ਨਾ ਇਹ ਮਾਨ ਸਰੋਵਰ ਬਣ ਜਾਵੇ। ਤੁਹਾਡੇ ਚਰਨ ਜਿਹੜੇ ਉਹ ਕਮਲ ਵਰਗੇ ਹਨ। ਬਸਹੁ ਸਦਾ ਮਮ ਮਾਨ, ਤੇ ਸਦਾ ਵਾਸਤੇ ਮਹਾਰਾਜ ਮੇਰੇ ਹਿਰਦੇ ਰੂਪੀ ਮਾਨ ਸਰੋਵਰ ਦੇ ਵਿੱਚ ਤੁਹਾਡੇ ਚਰਨ ਕਮਲਾਂ ਵਰਗੇ ਵਸ ਜਾਣ। ਜਿਵੇਂ ਕਮਲ ਮਾਨ ਸਰੋਵਰ ਵਿੱਚ ਰਹਿੰਦਾ, ਪਾਤਸ਼ਾਹ ਤੁਹਾਡੇ ਜਿਹੜੇ ਚਰਨ ਕਮਲਾਂ ਵਰਗੇ ਮੇਰੇ ਹਿਰਦੇ ਰੂਪੀ ਮਾਨ ਸਰੋਵਰ ਵਿੱਚ ਸਦਾ ਹੀ ਵਸ ਜਾਣ। ਤੋ ਇਸੇ ਤਰ੍ਹਾਂ ਮਹਾਰਾਜ ਮਮ ਮੈਨੂੰ ਮਾਣ ਬਖਸ਼ੋ, ਇਹ ਵਡਿਆਈਆਂ ਬਖਸ਼ੋ ਪਾਤਸ਼ਾਹ ਜੀ ਕਿ ਤੁਹਾਡੇ ਚਰਨ ਕਮਲ ਮੇਰੇ ਹਿਰਦੇ ਵਿੱਚ ਵਸ ਜਾਣ ਜੀ। ਸੋਰਠਾ ਹਰ ਹਰ ਬਿਘਨ ਵਿਕਾਰ ਹਰ। ਅੱਗੇ ਪਾਤਸ਼ਾਹ ਮਹਾਰਾਜ ਗੁਰੂ ਅਰਜਨ ਦੇਵ ਜੀ ਦਾ ਮੰਗਲ ਕਰਦੇ ਆ ਕਵੀ ਸੰਤੋਖ ਸਿੰਘ ਸਾਹਿਬ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕੈਸੇ ਹੈ। ਹਰ ਹਰ ਬਿਘਨ ਵਿਕਾਰ, ਇਹ ਸੋਰਠਾ ਹੈ, ਇਹਦਾ ਵਿਸ਼ਰਾਮ ਵਿਕਾਰ ਤੇ ਲੱਗੇਗਾ। ਤੋ ਹਰ ਹਰ ਬਿਘਨ ਵਿਕਾਰ, ਇੱਕ ਹਰ ਬਿਘਨ ਨਾਲ ਲੱਗੇਗਾ, ਦੂਜਾ ਹਰ ਵਿਕਾਰ ਨਾਲ ਲੱਗੇਗਾ। ਧੰਨ ਗੁਰੂ ਅਰਜਨ ਦੇਵ ਜੀ ਬਿਘਨਾਂ ਨੂੰ ਹਰ ਕਹੀਏ ਨਾਸ਼ ਕਰਨ ਵਾਲੇ ਹੈ, ਵਿਕਾਰਾਂ ਨੂੰ ਵੀ ਹਰ ਕਹੀਏ ਨਾਸ਼ ਕਰਨ ਵਾਲੇ ਹਨ। ਹਰ ਹਰ ਲਿਵ ਔਰ ਦੇ ਅਧਿਕ। ਤੇ ਪਾਤਸ਼ਾਹ ਜੀ ਜੀਵਾਂ ਨੂੰ ਹਰੇ ਭਰੇ ਕਰਨ ਵਾਲੇ ਪ੍ਰਭੂ ਪਰਮੇਸ਼ਰ ਦੇ ਨਾਲ ਲਿਵ ਲਾ ਦਿੰਦੇ ਗੁਰੂ ਅਰਜਨ ਦੇਵ ਪਾਤਸ਼ਾਹ, ਉਪਦੇਸ਼ ਦੇ ਕੇ ਨਾ ਤੇ ਟੁੱਟਿਆਂ ਹੋਇਆਂ ਜੀਵਾਂ ਨੂੰ ਪਰਮੇਸ਼ਰ ਨਾਲ ਜੋੜ ਦਿੰਦੇ ਆ। ਅਦਕ ਬਹੁਤਾ ਹੀ ਪ੍ਰੇਮ ਬਣ ਜਾਂਦਾ ਹੈ ਜਿਹੜੇ ਗੁਰੂ ਅਰਜਨ ਦੇਵ ਪਾਤਸ਼ਾਹ ਦਾ ਉਪਦੇਸ਼ ਸੁਣ ਲੈਂਦੇ ਆ। ਪਰਮੇਸ਼ਰ ਦੇ ਨਾਲ ਬਹੁਤ ਡਾਢਾ ਪ੍ਰੇਮ ਬਣ ਆਉਂਦਾ ਹੈ। ਤਿਕ ਤਿਨ ਜਨ ਬਹੁ ਬਾਰ। ਪਰ ਕਵੀ ਜੀ ਕਹਿੰਦੇ ਬਹੁਤ ਵਾਰ ਉਹਨਾਂ ਦੇ ਧ੍ਰਿਗ ਲਾਹਣਤ ਹੈ, ਦੁਰ ਫਿੱਟੇ ਮੂੰਹ ਹੈ ਭਾਈ ਇਹੋ ਜੇ ਜੀਵਾਂ ਦੇ। ਗੁਰ ਅਰਜਨ ਬਚ ਪਰ ਹਰ ਹੈ। ਜਿਨ੍ਹਾਂ ਨੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੇ ਬਚਨ ਛੱਡ ਦਿੱਤੇ, ਭਾਵ ਵੀ ਮਹਾਰਾਜ ਕਵੀ ਜੀ ਕਹਿੰਦੇ ਜਿਨ੍ਹਾਂ ਸਿੱਖ ਹੋ ਕੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਬਾਣੀ ਗੁਰਬਾਣੀ ਪੜ੍ਹਨੀ ਛੱਡ ਦਿੱਤੀ, ਕਦੇ ਸੁਣਿਆ ਨਹੀਂ ਅੰਮ੍ਰਿਤ ਵੇਲੇ ਮਹਾਰਾਜ ਦਾ ਕੀ ਹੁਕਮ ਆਇਆ, ਮਹਾਰਾਜ ਦੇ ਦਰਸ਼ਨ ਸਤਿਗੁਰੂ ਪਾਤਸ਼ਾਹ ਜੀ ਗੁਰਬਾਣੀ ਨਾ ਸੁਣਨੀ, ਗੁਰੂ ਅਰਜਨ ਦੇਵ ਪਾਤਸ਼ਾਹ ਦੇ ਕਹੇ ਹੋਏ ਉਪਦੇਸ਼ ਉਹ ਗ੍ਰਹਿਣ ਨਾ ਕਰਨਾ, ਭਈ ਪ੍ਰਾਪਤ ਮਾਨੁਖ ਦੇਹੁਰੀਆ ਗੋਬਿੰਦ ਮਿਲਣ ਕੀ ਤੇਰੀ ਬਰੀਆ, ਅਵਰ ਕਾਜ ਤੇਰਾ ਕਿਤੈ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ। ਇਹੋ ਜਿਹੇ ਸ਼ਬਦ ਮਹਾਰਾਜ ਦੇ ਛੱਡ ਦਿੱਤੇ ਆ ਵਿਸ਼ੇ ਭੋਗ ਦੇ। ਕਵੀ ਜੀ ਕਹਿੰਦੇ ਇਹੋ ਜਿਹੇ ਮਨੁੱਖਾਂ ਤੇ ਭਾਈ ਤ੍ਰਿਗਾਕਾਰ ਲਾਹਣਤ ਹੈ, ਬਾਰ ਬਾਰ ਪੁਨਾ ਪੁਨਾ ਹੀ। ਸੁੰਦਰ ਸ਼ੁਭਤ ਬਿਲੰਦ। ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਮਹਿਮਾ ਮੰਗਲ ਕਵੀ ਜੀ ਕਰਦੇ ਹੈ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਬਹੁਤ ਸੁੰਦਰ ਸ਼ੋਭਾ ਵਾਲੇ ਹੈ, ਕਿਸੇ ਦੀ ਵੀ ਸ਼ੋਭਾ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਪਾਤਸ਼ਾਹ ਵਰਗੀ ਨਹੀਂ ਹੈ। ਮਦ ਨਾ ਰਹਿਓ ਮਨ ਮਦਨ ਕੇ। ਸੰਸਾਰ ਵਿੱਚ ਸਾਧ ਸੰਗਤ ਜੀ ਹਿੰਦੂ ਮਤ ਵਿੱਚ ਕਾਮਦੇਵ ਨੂੰ ਸਭ ਤੋਂ ਸੁੰਦਰ ਮੰਨਿਆ ਹੋਇਆ, ਸਾਰਿਆਂ ਤੋਂ ਸੋਹਣਾ ਮੰਨਿਆ ਦੇਵੀ ਦੇਵਤਿਆਂ ਚੋਂ। ਪਰ ਕਵੀ ਜੀ ਕਹਿੰਦੇ ਹਰਗੋਬਿੰਦ ਸਾਹਿਬ ਮਹਾਰਾਜ ਐਡੇ ਸੁਨੱਖੇ ਸ਼ੋਭਾ ਪਾਉਂਦੇ ਹੈ, ਕਾਮਦੇਵ ਦੇ ਮਨ ਵਿੱਚ ਹੰਕਾਰ ਨਹੀਂ ਰਹਿ ਗਿਆ ਵੀ ਮੈਂ ਸਾਰਿਆਂ ਤੋਂ ਸੁੰਦਰ ਹਾਂ। ਕਾਮਦੇਵ ਵੀ ਜਾਣਦਾ ਵੀ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਵਰਗਾ ਵੀ ਮੈਂ ਨਹੀਂ, ਪਾਤਸ਼ਾਹ ਜੀ ਮੇਥੋਂ ਵੀ ਸੁਨੱਖੇ ਤੇ ਸ਼ੋਭਾ ਪਾਉਣ ਵਾਲੇ ਹਨ। ਕਾਮਦੇਵ ਦਾ ਵੀ ਸੁੰਦਰਤਾ ਦਾ ਹੰਕਾਰ ਪਾਤਸ਼ਾਹ ਨੇ ਭੰਨ ਦਿੱਤਾ, ਕਿਉਂਕਿ ਸਾਧ ਸੰਗਤ ਜੀ ਬਹੁਤ ਭਾਰੀ ਕੱਦ ਦੇ ਸਡੋਲ ਸਰੀਰ ਦੇ ਸੀ ਧੰਨ ਗੁਰੂ ਹਰਗੋਬਿੰਦ ਸਾਹਿਬ। ਮਧਾਣੀ ਦੇ ਨੇਤਰਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਗਲ ਨੂੰ ਪਾ ਲਈਏ ਤੇ ਕਹਿੰਦੇ ਗੁੱਲੀਆਂ ਨਹੀਂ ਸੀ ਜੁੜਦੀਆਂ ਆਪਸ ਵਿੱਚ, ਜਿਹੜੀਆਂ ਗਿੱਟੀਆਂ ਹੁੰਦੀਆਂ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਪਾਤਸ਼ਾਹ ਸਾਧ ਸੰਗਤ ਜੀ ਇੱਥੇ ਭਾਈ ਕੇ ਡਰੌਲੀ ਪਾਤਸ਼ਾਹ ਦਾ ਬਾਣਾ ਪਿਆ ਹੈ।
ਤੇ ਉਹਦੀਆਂ ਬਾਹਾਂ ਜਿੱਡਾ ਆਮ ਸਧਾਰਨ ਮੇਰੇ ਵਰਗੇ ਦਾ ਕੱਦ ਆ, ਏਡੀ ਬਾਂਹ ਆ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਚੋਲੇ ਦੀ। ਸਤਿਗੁਰਾਂ ਦਾ ਕਛਹਿਰਾ ਵੀ ਇੱਥੇ ਪਿਆ ਹੋਇਆ। ਇੱਕ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਕੜੇ ਐ, ਹੁਣ ਵਾਲੇ ਮਨੁੱਖ ਦੇ ਗਲ ਵਿੱਚ ਪੈ ਜਾਵੇਗੇ। ਜਿਹੜਾ ਚੱਕਰ ਹੁੰਦਾ ਨਾ ਨਿਹੰਗ ਸਿੰਘਾਂ ਦਾ, ਐਡਾ ਕੜਾ ਸੀ ਜਿਹੜਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ। ਭਾਵ ਵੀ ਪਾਤਸ਼ਾਹ ਦਾ ਜਿਹੜਾ ਗਲ ਸੀ, ਵਾਹਿਗੁਰੂ ਗੁੱਟ ਸੀ ਜਿਹੜਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ, ਅੱਜ ਦੇ ਜਰਵਾਣੇ ਦੇ ਗਲ ਜਿਹੜਾ ਗੁੱਟ ਸੀ ਹਰਗੋਬਿੰਦ ਸਾਹਿਬ ਮਹਾਰਾਜ ਦਾ, ਉਹ ਕੜੇ ਮਹਾਰਾਜ ਦੇ ਹੁਣ ਆਮ ਬੰਦੇ ਦੇ ਗਲ ਵਿੱਚ ਪੈ ਜਾਂਦੇ, ਜਿਹੜੇ ਮਹਾਰਾਜ ਹੱਥ 'ਚ ਪਹਿਨਿਆ ਕਰਦੇ ਸੀ। ਇਸ ਕਰਕੇ ਕਹਿੰਦੇ ਕਵੀ ਜੀ ਕਹਿੰਦੇ ਕਿ ਹੰਕਾਰ ਭੰਨ ਦਿੱਤਾ ਮਹਾਰਾਜ ਨੇ ਕਾਮਦੇਵ ਦਾ ਵੀ। ਸ਼੍ਰੀ ਹਰਗੋਬਿੰਦ ਚੰਦ ਇਹ ਚੰਦ ਦੇ ਸਰੂਪ ਵਾਲੇ ਬਹੁਤ ਸੁਣੱਖੇ ਹਨ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀਓ। ਬੰਦਨ ਪਦ ਦੁੱਤ ਸਦਨ ਕੇ। ਇਹ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ, ਤੁਹਾਡੇ ਜਿਹੜੇ ਮਹਾਰਾਜ ਤੁਸੀਂ ਸੋਭਾ ਦੇ ਸਦਨ ਘਰ ਹੋ ਨਾ ਪਾਤਸ਼ਾਹ ਜੀ, ਤੁਹਾਡੇ ਸੋਭਾ ਦੇ ਘਰ ਨੂੰ ਕਵੀ ਸੰਤੋਖ ਸਿੰਘ ਕਹਿੰਦਾ, ਜਾਂ ਜਿਹੜੇ ਤੁਹਾਡੇ ਚਰਨ ਹੈ, ਤੁਹਾਡੇ ਚਰਨ ਸੋਭਾ ਦਾ ਘਰ ਹਨ, ਸੋਭਾ ਦਾ ਮੁਜੱਸਮਾ ਹਨ। ਤੁਹਾਡੇ ਚਰਨ ਕਮਲਾਂ ਤੇ ਕਵੀ ਸੰਤੋਖ ਸਿੰਘ ਮੱਥਾ ਟੇਕਦਾ, ਸਿਰ ਝੁਕਾਉਂਦਾ ਪਾਤਸ਼ਾਹ ਜੀਓ। ਕਰੇ ਰੰਕ ਤੇਰਾ ਏ। ਅੱਗੇ ਮਹਾਰਾਜ ਸੱਚੇ ਪਾਤਸ਼ਾਹ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਿ ਰਾਏ ਸਾਹਿਬ, ਇਹਨਾਂ ਦਾ ਮੰਗਲ ਕਵੀ ਸੰਤੋਖ ਸਿੰਘ ਕਰਦੇ। ਧੰਨ ਗੁਰੂ ਹਰਿ ਰਾਏ ਸਾਹਿਬ ਪਾਤਸ਼ਾਹ ਗਰੀਬ ਨਵਾਜ ਸਤਵੇਂ ਪਾਤਸ਼ਾਹ, ਜਿਨ੍ਹਾਂ ਨੇ ਰੰਕ ਤੇ ਰਾਏ ਕਰੇ। ਰੰਕ ਨਾਮ ਕੰਗਾਲ ਦਾ, ਕੰਗਾਲ ਤੋਂ ਵੀ ਗਿਰੇ ਤੋਂ ਗਿਰੇ, ਕੰਗਾਲ ਤੋਂ ਕੰਗਾਲ ਨੂੰ ਰਾਜੇ ਬਣਾਇਆ ਹੋਇਆ। ਇਹ ਜਿਹੜੇ ਕਾਲੇ ਕੇ ਉਹਦੇ ਭਤੀਜੇ ਸਾਧ ਸੰਗਤ ਦੀ ਢਿੱਡ ਖੜਕਾਉਂਦੇ ਸੀ ਕੀਰਤਪੁਰ ਸਾਹਿਬ, ਧੰਨ ਗੁਰੂ ਹਰਿ ਰਾਏ ਸਾਹਿਬ ਮਹਾਰਾਜ ਨੇ ਪੁੱਛਿਆ, ਕਾਲੇ ਇਹ ਢਿੱਡ ਕਿਉਂ ਖੜਕਾਉਂਦੇ ਆ? ਕਹਿੰਦਾ ਪਾਤਸ਼ਾਹ ਜੀ ਬੜੇ ਸਮੇਂ ਦੇ ਭੁੱਖੇ ਆ। ਤੋ ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਜਾਣ ਗਏ ਵੀ ਇਹ ਕੀ ਕੁਝ ਭਾਲਦੇ ਆ। ਜਨਮਾਂ ਜਨਮਾਂ ਦੀ ਭੁੱਖ ਕੱਢ ਦਿੱਤੀ। ਜਿਹੜੇ ਪਟਿਆਲੇ ਵਾਲੇ ਰਾਜੇ ਨਾ, ਬਾਬਾ ਆਲਾ ਸਿੰਘ ਕਿਆ ਹੁਣ ਕੈਪਟਨ ਕੇ, ਇਹ ਉਹ ਕਾਲੇ ਦੇ ਭਤੀਏ ਦੀ ਅੰਸ਼-ਬੰਸ ਹੈ। ਸਾਧ ਸੰਗਤ ਜੀ ਢਿੱਡ ਖੜਕਾਉਂਦੇ ਸੀ ਤੇ ਤੇੜ ਕੱਲਾ ਕੱਛਾ ਹੁੰਦਾ ਸੀ ਇਹਨਾਂ ਦੇ, ਗਲੋਂ ਨੰਗੇ ਸੀ। ਕੀਰਤਪੁਰ ਸਾਹਿਬ ਧੰਨ ਗੁਰੂ ਹਰਿ ਰਾਏ ਸਾਹਿਬ ਮਹਾਰਾਜ ਨੇ ਬਚਨ ਕੀਤਾ ਵੀ ਤੁਹਾਡੇ ਘੋੜੇ ਜਮਣਾ ਤੱਕ ਪਾਣੀ ਪੀਆ ਕਰਨਗੇ। ਤੋ ਇਹ ਮਹਾਰਾਜ ਨੇ ਐਡੀ ਦਇਆ ਕੀਤੀ, ਇਹਨਾਂ ਕੰਗਾਲਾਂ ਨੂੰ ਰਾਜ ਬਖਸ਼ਿਸ਼ ਕੀਤਾ। ਧੰਨ ਗੁਰੂ ਹਰਿ ਰਾਏ ਮਹਾਰਾਜ ਗਰੀਬਾਂ ਕੰਗਾਲਾਂ ਨੂੰ ਰਾਜੇ ਬਣਾਉਣ ਵਾਲੇ ਹਨ। ਸੇਵਕ ਸੇਵਤ ਪਾਸ ਜੇ। ਤੇ ਜਿਹੜੇ ਕਿਹਨਾਂ ਨੂੰ ਬਣਾਉਂਦੇ ਆ? ਜਿਹੜੇ ਗੁਰੂ ਹਰਿ ਰਾਏ ਸਾਹਿਬ ਮਹਾਰਾਜ ਦੇ ਪਾਸ ਰਹਿ ਕੇ ਸੇਵਾ ਕਰਦੇ ਆ, ਸੰਗਤ ਦੀ ਸੇਵਾ ਕਰਦੇ ਆ, ਮਹਾਰਾਜ ਦੇ ਦਰਸ਼ਨ ਪਰਸਨ ਕਰਦੇ, ਜਿਵੇਂ ਕਾਲੇ ਕੇ ਤੇ ਜਾਂ ਇਹਨਾਂ ਦੇ ਭਤੀਜਿਆਂ ਨੇ ਕੀਤੀ ਹੈ ਸੀ। ਸ੍ਰੀ ਸਤਿਗੁਰ ਹਰਿ ਰਾਏ ਐਸੇ ਹਨ ਸੱਚੇ ਪਾਤਸ਼ਾਹ ਜੀ ਧੰਨ ਗੁਰੂ ਹਰਿ ਰਾਏ ਸਾਹਿਬ ਮਹਾਰਾਜ। ਹਤੀ ਦੁਖਦ ਜਮ ਪਾਸ ਜੇ। ਜਿਨ੍ਹਾਂ ਨੇ ਜੀਵਾਂ ਦੇ ਦੁੱਖ ਦੇਣ ਵਾਲੀ ਜਿਹੜੀ ਜਮ ਦੀ ਫਾਹੀ ਹੈ ਨਾ, ਉਹ ਵੀ ਆਪਣੇ ਬਲ ਦੇ ਨਾਲ ਕੱਟੀ ਹੋਈ ਹੈ। ਦੇਹ ਅਵਸਥਾ ਬਾਲ। ਅੱਗੇ ਕਵੀ ਜੀ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਬਾਲਾ ਪ੍ਰੀਤਮ ਦੀ ਮਹਿਮਾ ਦਾ ਮੰਗਲ ਕਰਦੇ ਹੈ। ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ, ਜਿਨ੍ਹਾਂ ਦੀ ਦੇਹ ਅਵਸਥਾ ਬਾਲ, ਜਿਹੜੀ ਉਮਰ ਹੈ ਨਾ ਸਰੀਰ ਦੀ ਅਵਸਥਾ, ਉਹ ਬੱਚਿਆਂ ਵਾਲੀ, ਕੋਈ 5 ਵਰਿਆਂ ਦੀ ਉਮਰ ਸੀ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਬਾਲਾ ਪ੍ਰੀਤਮ ਦੀ। ਕਵੀ ਜੀ ਕਹਿੰਦੇ ਜਿਨ੍ਹਾਂ ਦੀ ਦੇਹ ਤੇ ਨਾ ਜਾਓ ਭਾਈ, ਜਿਨ੍ਹਾਂ ਦੀ ਸਰੀਰ ਦੀ ਅਵਸਥਾ ਜ਼ਰੂਰ ਬੱਚਿਆਂ ਵਰਗੀ, ਬਾਲਕਾਂ ਵਰਗੀ ਹੈ। ਵੱਡੇ ਗੁਣ ਨਮਹਿ ਅਵਤਰੇ। ਪਰ ਜਿਨ੍ਹਾਂ ਦੇ ਗੁਣ ਵੇਖੋਗੇ ਤੇ ਸਾਰਿਆਂ ਤੋਂ ਵੱਡੇ ਗੁਣ ਲੈ ਕਰਕੇ ਪ੍ਰਗਟ ਹੋਏ ਆ। ਇਹ ਸਾਧ ਸੰਗਤ ਜੀ ਲਾਲ ਨਾਵੇਂ ਬਾਹਮਣ ਪੰਡਤ ਨੂੰ ਵੀ ਭੁਲੇਖਾ ਪੈ ਗਿਆ ਸੀ ਨਾ ਪੰਜੋਖਰਾ ਸਾਹਿਬ ਦੀ ਧਰਤੀ ਤੇ, ਜਦੋਂ ਮਹਾਰਾਜ ਦਿੱਲੀ ਜਾਣ ਲੱਗਿਆਂ ਠਹਿਰੇ ਆ ਵੀ ਨਾਮ ਰਖਾਇਆ ਕਿ ਧੰਨ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ। ਤੇ ਸਾਡੇ ਕ੍ਰਿਸ਼ਨ ਭਗਵਾਨ ਨੇ ਗੀਤਾ ਉਚਾਰੀ, ਤੇ ਇਹਨੂੰ ਭਲਾ ਗੀਤਾ ਦਾ ਇੱਕ ਸ਼ਲੋਕ ਨਾ ਆਉਂਦਾ ਹੋਵੇ। ਕੱਲ੍ਹ ਦਾ ਜਵਾਕ ਹੈ, ਸਿੱਖਾਂ ਜਾ ਕੇ ਮਹਾਰਾਜ ਨੂੰ ਦੱਸਿਆ ਸੀ, ਤੇ ਪਾਤਸ਼ਾਹ ਨੇ ਫਿਰ ਆਖਿਆ ਜੇ ਅਸੀਂ ਇਹਨੂੰ ਬਚਨ ਆਪਣਾ ਸ਼ਲੋਕਾਂ ਦੇ ਅਰਥ ਕਰਕੇ ਵਿਖਾ ਦਿੱਤੇ ਗੀਤਾ ਦੇ, ਤੇ ਇਹਨੇ ਆਖਣਾ ਗੱਦੀ ਜਿਹੜੀ ਆ ਇਹਨਾਂ ਕੋਲੋਂ ਕਰਾਮਾਤ ਵਾਲੀ ਗੁਰੂ ਨਾਨਕ ਪਾਤਸ਼ਾਹ ਦੀ। ਆਖਿਆ ਲਾਲ ਵੀ ਤੂੰ ਜਿੱਥੋਂ ਦਾ ਮਰਜ਼ੀ ਕੋਈ ਬੰਦਾ ਲਿਆ ਫੜ ਕੇ। ਚੁਸਤ ਬ੍ਰਾਹਮਣ ਨੇ ਜਨਮ ਤੋਂ ਹੀ ਗੂੰਗਾ ਤੇ ਬੋਲਾ ਛੱਜੂ ਝਿਊਰ, ਜਿਹੜਾ ਸਾਧ ਸੰਗਤ ਜੀ ਪਾਣੀ ਢੋਂਦਾ ਸੀ ਇੱਧਰ, ਤੇ ਬੋਲਾ ਸੀ ਪਾਣੀ ਢੋ ਕੇ, ਬਿਲਕੁਲ ਸਿੱਧਾ ਪੱਧਰਾ ਸੀਗਾ, ਜਿਹਨੂੰ ਸਿੱਧਰਾ ਆਖ ਦਿੰਦੇ। ਉਹ ਲਿਆ ਖੜਾ ਕੀਤਾ, ਆਖਿਆ ਪਾਤਸ਼ਾਹ ਲਓ ਜੇ ਬਲ ਰੱਖ ਦਿਓ ਜਿਹੜਾ ਕ੍ਰਿਸ਼ਨ ਭਗਵਾਨ ਤੋਂ ਵੱਧ ਜਾਂ ਉਹਨਾਂ ਵਰਗਾ, ਤੇ ਲਓ ਇਹ ਤੋਂ ਕਰਾਓ ਅਰਥ। ਤੋ ਮਹਾਰਾਜ ਕਹਿੰਦੇ ਤੂੰ ਪੰਕਤੀ ਪੜ੍ਹ। ਉਹਨੇ ਗੀਤਾ ਦਾ ਸ਼ਲੋਕ ਪੜ੍ਹਿਆ,
ਪਾਤਸ਼ਾਹ ਕਹਿੰਦੇ ਹਾਂ ਭਾਈ ਗੁਰਮੁਖਾ ਸੁਣਾ ਇਹਨੂੰ ਅਰਥ। ਛਜੂ ਝੀਉਰ ਨੇਤਰਾਂ 'ਚੋਂ ਪਾਣੀ ਕੇਰਨ ਲੱਗ ਪਿਆ। ਕਹਿੰਦਾ ਪਾਤਸ਼ਾਹ ਹੁਣ ਬੋਲੇ ਸਾਧ ਸੰਗਤ ਜੀ ਕੀ ਮੂੰਹ ਵਿੱਚ ਜ਼ਬਾਨ ਨਹੀਂ ਹੈ, ਬੋਲਾ ਹੈ, ਤੇ ਪਰ ਜਾਣ ਗਿਆ ਵੀ ਮੇਰੀ ਪਰਖ ਹੋ ਗਈ ਹੈ, ਤੇ ਹੁਣ ਮੈਂ ਬੋਲਾਂ ਕੀ, ਮੈਂ ਗੂੰਗਾ ਬੋਲਾ ਵਾਂ। ਤੇ ਫਿਰ ਮਹਾਰਾਜ ਕਹਿੰਦੇ ਬੋਲ। ਜਦੋਂ ਨਾ ਬੋਲਿਆ ਨਾ ਤੇ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਨੇ ਆਪਣੇ ਹੱਥ ਸੱਜੇ ਦੇ ਨਾਲ ਛੜੀ ਇਹਦੇ ਸਿਰ ਤੇ ਰੱਖੀ। ਕਪਾਟ ਖੁੱਲ ਗਏ, ਖਾਲ ਚਤੁਰ ਬਕੀਤਾ ਬਣਾ ਦਿੱਤਾ ਮਹਾਰਾਜ ਨੇ। ਉਹ ਬਚਨ ਸਿੱਧ ਕਰ ਦਿੱਤੇ ਗਰੀਬ ਨਵਾਜ ਧੰਨ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਨੇ। ਨਾਰੀ ਤੇ ਜੋ ਪੁਰਖ ਕਰਾਵੈ ਪੁਰਖਣ ਤੇ ਜੋ ਨਾਰੀ, ਤੋ ਖਲ ਮੂਰਖ ਤੇ ਪੰਡਿਤ ਕਰਬੋ ਪੰਡਿਤ ਤੇ ਮੁਗਧਾਰੀ। ਇਹੋ ਜਿਹਾ ਪਰਮੇਸ਼ਰ ਜਿਹੜਾ ਮੂਰਖ ਨੂੰ ਪੰਡਿਤ ਬਣਾ ਦੇਵੇ, ਪੰਡਤਾਂ ਨੂੰ ਮੂਰਖ ਬਣਾ ਦਿੰਦਾ। ਇਹੋ ਜਿਹੇ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜਦੋਂ ਸੀਸ ਤੇ ਛੜੀ ਰੱਖ ਦਿੱਤੀ ਸਾਧ ਸੰਗਤ ਦੀ, ਫਿਰ ਇਹੋ ਜਿਹੇ ਅਰਥ ਸੁਣਾਏ ਜਿਹੜੇ ਅੱਜ ਤੀਕਰ ਨਹੀਂ ਸੀ ਸੁਣੇ ਬਾਹਮਣ ਨੇ। ਤੇ ਇੰਨੇ ਅਰਥ ਸੁਣਾਏ, ਇੱਕ ਇੱਕ ਸ਼ਲੋਕ ਦੇ ਦੰਗ ਰਹਿ ਗਿਆ, ਫਿਰ ਬੋਲਣਾ ਹੀ ਹਟ ਗਿਆ। ਫਿਰ ਇਹ ਗੀਤਾ ਦੀ ਪੋਥੀ ਬਾਹਮਣ ਦੇ ਹੱਥ ਵਿੱਚ, ਤੇ ਛੱਜੂ ਝੀਉਰ ਨੇ ਸਾਰੀ ਗੀਤਾ ਕੰਠ ਸੁਣਾਈ। ਆਪ ਹੀ ਪੰਕਤੀ ਪੜ੍ਹਿਆ ਕਰੇ ਤੇ ਆਪ ਹੀ ਅਰਥ ਕਰਿਆ ਕਰੇ। ਸਾਰੀ ਗੀਤਾ ਦੇ ਅਰਥ ਸੁਣਾ ਦਿੱਤੇ। ਸਤਿਗੁਰਾਂ ਦੇ ਚਰਨੀ ਡਿੱਗ ਪਿਆ। ਤੋ ਰਹੋ ਵਿਚਾਰ ਸਾਧ ਸੰਗਤ ਜੀ। ਕਹਿੰਦੇ ਬਾਲ ਅਵਸਥਾ ਤੇ ਨਾ ਜਾਓ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਦੇ। ਇਹਨਾਂ ਦੇ 'ਚ ਗੁਣ ਇੰਨੇ ਆ, ਦਿੱਲੀ ਦੀ ਚੇਚਕ ਦਾ ਰੋਗ ਦੂਰ ਕਰਨ ਦੀ ਖਾਲਸਾ ਜੀ ਸਮਰੱਥਾ ਰੱਖਦੇ ਆ। ਐਡੇ ਦਿਆਲੂ ਹਨ, ਕਿਰਪਾਲੂ ਹਨ, ਸਾਰੇ ਸੰਸਾਰ ਦੇ ਗੁਣ ਲੈ ਕਰਕੇ ਅਵਤਰੇ ਹੋਏ ਆ। ਪਰਮੇਸ਼ਰ ਪ੍ਰਗਟ ਹੋਏ ਹਨ ਬਾਲ ਅਵਸਥਾ ਦੇ ਅੰਦਰ। ਤਰੇ ਸੇਵ ਨਰ ਬਾਲ, ਤੇ ਨਰ ਮਨੁੱਖ ਤੇ ਬਾਲ ਨਾਮ ਇੱਥੇ ਇਸਤਰੀ ਦਾ, ਜਿਨ੍ਹਾਂ ਦੀ ਸੇਵਾ ਕਰਕੇ ਬਣਾ ਜਿਹੜੇ ਵੈ ਮਨੁੱਖ ਮਾਈ ਭਾਈ ਸਾਰੇ ਤਰ ਗਏ ਹਨ ਸੱਚੇ ਪਾਤਸ਼ਾਹ ਦੀ ਦਇਆ ਸਦਕਾ। ਸ਼੍ਰੀ ਹਰਿਕ੍ਰਿਸ਼ਨ ਸੋ ਜਸ ਕਰੇ। ਇਹੋ ਜਿਹੇ ਧੰਨ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਆ। ਤੋ ਇਹਦਾ ਅਨਵੇ ਅਰਥ ਹੈ ਸ਼੍ਰੀ ਹਰਿਕ੍ਰਿਸ਼ਨ ਸੋ ਜਸ ਕਰੇ ਤਰੇ ਸੇਵ ਨਰ ਬਾਲ। ਜਿਨ੍ਹਾਂ ਨੇ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਦੀ ਸੋਭਾ ਕੀਤੀ। ਸੱਚੇ ਪਾਤਸ਼ਾਹ ਸ਼੍ਰੀ ਹਰਿਕ੍ਰਿਸ਼ਨ ਧਿਆਈ ਹੈ ਜਿਸ ਡਿਠੇ ਸਭ ਦੁੱਖ ਜਾਏ। ਜਿਨ੍ਹਾਂ ਸੋਭਾ ਗਾਈ ਪਾਤਸ਼ਾਹ ਜੀ ਦੀ, ਉਹ ਤਰ ਗਏ ਆ। ਚਾਹੇ ਬੱਚੇ ਆ, ਚਾਹੇ ਬੁੱਢੇ ਆ, ਚਾਹੇ ਜਵਾਨ ਹੈ, ਚਾਹੇ ਜਿਹੜੇ ਵੈ ਮਾਈ ਹੈ, ਤੇ ਚਾਹੇ ਭਾਈ, ਸਭ ਨੂੰ ਤਾਰ ਦਿੱਤਾ ਮਹਾਰਾਜ ਦੀ ਸੋਭਾ ਨੇ। ਧਰਮ ਜਗਤ ਰਖ ਲੀਨ। ਅੱਗੇ ਧੰਨ ਗੁਰੂ ਤੇਗ ਬਹਾਦਰ ਜੀ ਪਾਤਸ਼ਾਹ ਦੀ ਮਹਿਮਾ ਦਾ ਮੰਗਲ ਕਵੀ ਜੀਆਂ ਕੀਤਾ। ਕਵੀ ਜੀ ਇਹ ਕਹਿ ਰਹੇ ਹੈ ਧਰਮ ਜਗਤ ਰਖ ਲੀਨ। ਧੰਨ ਗੁਰੂ ਤੇਗ ਬਹਾਦਰ ਜੀ ਧਰਮ ਦੀ ਚਾਦਰ ਹੋਏ ਸੱਚੇ ਪਾਤਸ਼ਾਹ, ਜਿਨ੍ਹਾਂ ਨੇ ਸਾਰੇ ਸੰਸਾਰ ਨੂੰ ਆਪਣੀ ਦਇਆ ਨਾਲ ਢੱਕ ਲਿਆ। ਧਰਮ ਜਗਤ ਰਖ ਲੀਨ, ਹਿੰਦੂਆਂ ਦਾ ਧਰਮ ਸੰਸਾਰ ਵਿੱਚ ਪਾਤਸ਼ਾਹ ਨੇ ਰੱਖ ਲੈਣਾ ਕੀਤਾ ਹੈ। ਤ੍ਰਿਣ ਸਮ ਆਪਨੋ ਦੀਨ ਸਿਰ, ਤੇ ਆਪ ਦਾ ਜਿਹੜਾ ਸੀਸ ਹੈ ਇਉਂ ਤਿਆਗ ਦਿੱਤਾ, ਬਲੀਦਾਨ ਦੇ ਦਿੱਤਾ। ਜਿਵੇਂ ਕੱਖ ਨਹੀਂ ਤੋੜ ਦੇਈਦਾ, ਆਪਣੇ ਵਾਸਤੇ ਕੱਖ ਕੋਈ ਅਹਿਮੀਅਤ ਨਹੀਂ ਰੱਖਦਾ, ਪਾਤਸ਼ਾਹ ਵਾਸਤੇ ਸਰੀਰ ਦਾ ਮੋਹ ਕੋਈ ਅਹਿਮੀਅਤ ਨਹੀਂ ਰੱਖੀ। ਗਰੀਬ ਨਵਾਜ ਪਾਤਸ਼ਾਹ ਨੇ ਹਿੰਦੂ ਧਰਮ ਦੀ ਰੱਖ ਵਾਸਤੇ, ਹਿੰਦੂ ਧਰਮ ਦੇ ਜਿਹੜਾ ਹੈ ਇਹਨਾਂ ਹਿੰਦੁਸਤਾਨ ਦੀ ਇੱਜ਼ਤ ਪੈਜ ਵਾਸਤੇ ਆਪਣੇ ਸੀਸ ਦਾ ਬਲੀਦਾਨ ਇਉਂ ਦੇ ਦਿੱਤਾ ਜਿਵੇਂ ਕੱਖ ਨਾਲ ਕੋਈ ਮੋਹ ਨਹੀਂ ਕਰਦਾ। ਪਾਤਸ਼ਾਹ ਦਾ ਸਰੀਰ ਨਾਲ ਕੋਈ ਮੋਹ ਨਹੀਂ। ਤਿਲਕ ਜੰਨੂ ਰਾਖਾ ਪ੍ਰਭ ਤਾਕਾ, ਕੀਨੋ ਵੱਡੋ ਕਲੂ ਮਹਿ ਸਾਕਾ। ਸਾਧਨ ਹੇਤ ਇਤੀ ਜਨ ਕਰੀ, ਸੀਸ ਦੀਆ ਪਰ ਸੀ ਨਾ ਉਚਰੀ। ਸਾਧਨ ਹੇਤ ਧਰਮ ਹੇਤ ਸਾਕਾ ਜਨ ਕੀਆ, ਸੀਸ ਦੀਆ ਪਰ ਸਿਰ ਨਾ ਦੀਆ। ਠੀਕਰ ਫੋਰ ਦਿੱਲੀਸ ਸਿਰ, ਪ੍ਰਭਪੁਰ ਕੀਆ ਭਿਆਨ। ਤੇਗ ਬਹਾਦਰ ਸੀ ਕਿਰਿਆ, ਕਰੀ ਨਾ ਕਿਨਹੂ ਆਨ। ਤੇਗ ਬਹਾਦਰ ਕੇ ਚਲਤ, ਭਇਓ ਜਗਤ ਕੋ ਸੋਕ। ਐਸੇ ਸੱਚੇ ਪਾਤਸ਼ਾਹ ਮਹਾਰਾਜ ਗਰੀਬ ਨਵਾਜ ਹਨ। ਹੈ ਸਭ ਜਗ ਭਇਓ, ਜੈ 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 ਸੁਰਲੋਕ। ਦੇਵਤੇ ਜੈ ਜੈਕਾਰ ਕਰਦੇ ਆ ਪਾਤਸ਼ਾਹ ਦੀ ਸ਼ਹਾਦਤ ਤੇ। ਸੰਸਾਰ ਵਿੱਚ ਹਾਹਾਕਾਰ ਮੱਚੀ ਹੋਈ ਹੈ। ਔਰੰਗੇ ਨੇ ਆਪਣੀ ਜੜ ਆਪ ਵੱਟ ਲਈ ਹੈ। ਤੋ ਇਹੋ ਜਿਹੇ ਦੀਨਾ ਬੰਧੂ ਪਾਤਸ਼ਾਹ ਜਿਨ੍ਹਾਂ ਨੇ ਸੰਸਾਰ ਵਿੱਚ ਜਗਤ ਵਿੱਚ ਧਰਮ ਦੀ ਰੱਖਿਆ ਕੀਤੀ ਹੈ, ਆਪਣਾ ਸ਼ੀਸ਼ ਦਾ ਬਲੀਦਾਨ ਦਿੱਤਾ ਹੈ। ਸਿਰ ਨਾ ਦੀਨ ਪ੍ਰਬੀਨ, ਪਰ ਐਡੇ ਸੁਗੜ ਸਰੂਪ ਪਾਤਸ਼ਾਹ ਜੀਆਂ ਸੀਸ ਦੇ ਦਿੱਤਾ ਪਰ ਸਿਦਕ ਨਹੀਂ ਦਿੱਤਾ।
ਧਰਮ ਦਾ ਸਿਰੜ ਨਹੀਂ ਦਿੱਤਾ, ਜਿਹੜੀ ਪ੍ਰਤੱਗਿਆ ਪਾਤਸ਼ਾਹ ਨੇ ਧਾਰੀ। ਔਰੰਗਾ ਕਹਿੰਦਾ ਸੀ ਮਹਾਰਾਜ ਮੈਂ 2 ਤੋਂ 1 ਬਣਾ ਦੇਣੇ। ਪਾਤਸ਼ਾਹ ਕਹਿੰਦੇ ਔਰੰਗਿਆ 2 ਤੋਂ 1 ਨਹੀਂ, ਹੁਣ 2 ਤੋਂ 3 ਭਵੇ ਹੋ ਜਾਣ। ਜਿਹੜਾ ਤੀਜਾ ਜੰਮੇਗਾ ਉਹੀ ਤੇਰੀ ਮੌਤ ਦਾ ਕਾਰਨ ਬਣੇਗਾ। ਖਾਲਸਾ ਪ੍ਰਗਟ ਹੋਣ ਦਾ ਸੰਕੇਤ ਦਿੱਤਾ ਪਾਤਸ਼ਾਹ ਨੇ। ਇਹਦੇ ਅੱਗੇ ਵੀ ਸੀਸ ਨਹੀਂ ਝੁਕਾਉਣਾ ਕੀਤਾ। ਬੜੇ ਜਿਹੜੇ ਵੈ ਉਹ ਰੱਖੇ ਸੀ, ਜਿਹਨੂੰ ਔਫਰਾਂ ਕਹਿ ਦਿੰਦੇ ਆ ਵੀ ਪਾਤਸ਼ਾਹ ਤੁਸੀਂ ਕੀ ਲੈਣ ਆਏ, ਹਿੰਦੂ ਲੋਕ ਹੈ, ਤੁਹਾਡਾ ਘਰ ਤਾਂ ਆਪ ਬੁੱਤਾਂ ਨੂੰ ਨਹੀਂ ਮੰਨਦਾ ਗਾ, ਅਤੇ ਇਹ ਬੁੱਤ ਪੂਜਨ ਵਾਲਿਆਂ ਦੇ ਵਾਸਤੇ ਕਿਉਂ ਤੁਸੀਂ ਧਿਰ ਬਣ ਕੇ ਖੜ ਗਏ। ਤੋ ਹਜ਼ੂਰ ਦੇ ਬਚਨ ਵੀ ਔਰੰਗਿਆ ਗੱਲ ਬੁੱਤ ਪੂਜਣ ਦੀ ਨਹੀਂ ਹੈ, ਗੱਲ ਇਹ ਹੈ ਵੀ ਜੇ ਹਿੰਦੂ ਸੱਤਾ ਵਿੱਚ ਹੁੰਦੇ, ਤਾਕਤ ਵਿੱਚ ਹੁੰਦੇ ਅਤੇ ਮਸੀਤਾਂ ਢਾਉਂਦੇ, ਅਸੀਂ ਫਿਰ ਤੁਹਾਡੇ ਵਾਲੇ ਪਾਸੇ ਮੁਸਲਮਾਨਾਂ ਇਸਲਾਮ ਵਾਲੇ ਪਾਸੇ ਖੜਨਾ ਸੀ। ਗੁਰੂ ਨਾਨਕ ਪਾਤਸ਼ਾਹ ਦਾ ਘਰ ਜ਼ੁਲਮ ਦੇ ਖਿਲਾਫ ਖੜਨ ਵਾਲਾ, ਕਿਸੇ ਵਿਸ਼ੇਸ਼ ਤਬਕੇ ਨਾਲ ਕੋਈ ਵੈਰ ਨਹੀਂ, ਕਿਸੇ ਨਾਲ ਪ੍ਰੇਮ ਨਹੀਂ ਹੈ, ਨਾ ਕੋ ਬੈਰੀ ਨਹੀਂ ਬਿਗਾਨਾ, ਸਗਲ ਸੰਗ ਹਮ ਕੋ ਬਨ ਆਈ। ਸਾਡੇ ਦਾਦਾ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਦੇ ਇਹ ਬਚਨ ਹਨ। ਤੋ ਇਹੋ ਜਿਹੇ ਦੀਨਾ ਬੰਧੂ ਪਾਤਸ਼ਾਹ ਜਿਨ੍ਹਾਂ ਸਿਦਕ ਨਹੀਂ ਦਿੱਤਾ ਹੈ। ਤੇਗ ਬਹਾਦਰ ਧੀਰ ਗੁਰ, ਗੁਰੂ ਗਰੀਬ ਨਵਾਜ ਧੰਨ ਗੁਰੂ ਤੇਗ ਬਹਾਦਰ ਜੀ, ਬੜੇ ਧੀਰਜ ਧਾਰੀ ਸਤਪੁਰਖ ਮਹਾਂਪੁਰਖ ਗਰੀਬ ਨਵਾਜ। ਇਹੋ ਜਿਹੇ ਪਾਤਸ਼ਾਹ ਨੂੰ ਕਵੀ ਕਹਿੰਦੇ ਸਾਡੀ ਸਿਰ ਝੁਕਾ ਝੁਕਾ ਕੇ 1,00,000 ਵਾਰੀ 100 ਵਾਰੀ ਬੰਦਨਾ ਹੈ। ਸਵਈਆ ਸੋ ਜਗ ਮੈਂ ਤਨ ਹਿੰਦ ਅਹੈਂ। ਤੋ ਅੱਗੇ ਕਵੀ ਜੀ ਕਹਿ ਰਹੇ ਹੈ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੀ ਮਹਿਮਾ ਦਾ ਮੰਗਲ। ਕਵੀ ਜੀ ਕਹਿੰਦੇ ਜਿਹੜੇ ਵੀ ਹਿੰਦੂਆਂ ਘਰੇ ਜੰਮੇ ਆ ਨਾ, ਹੁਣ ਅੱਜ ਦੇ ਸਮੇਂ ਵਿੱਚ ਜਿੰਨੇ ਵੀ ਸੰਸਾਰ ਦੇ ਵਿੱਚ ਹਿੰਦੂ ਹੈ, ਹਿੰਦੂਆਂ ਦੇ ਘਰ ਦਾ ਜਨਮ, ਹਿੰਦੂਆਂ ਦੇ ਘਰ ਦਾ ਸਰੀਰ ਧਾਰਿਆ ਜਿਨ੍ਹਾਂ ਨੇ, ਸਭ ਪੈ ਉਪਕਾਰ ਵਿਸਾਲ ਕਰਿਓ। ਉਹ ਯਾਦ ਰੱਖਣੇ ਗੱਲ ਵੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਸਾਰੇ ਹਿੰਦੂਆਂ ਤੇ ਜਿੰਨੇ ਵੀ ਅੱਜ ਸਾਹ ਲੈ ਰਹੇ ਨਾ ਹਿੰਦੂ, ਸਾਰੇ ਜਾਣ ਲੈਣ ਵੀ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਤੁਹਾਡੇ ਸਾਰਿਆਂ ਤੇ ਬੜਾ ਵੱਡਾ ਪਰ ਉਪਕਾਰ ਕੀਤਾ ਹੈ। ਮਨ ਹੈ ਜੇ ਨਾ ਅਗੀ ਨਹਿ ਕੋ ਸਮ। ਹਾਂ, ਮਹਾਰਾਜ ਪਾਤਸ਼ਾਹ ਗਰੀਬ ਨਵਾਜ ਨੇ ਕੀ ਪਰ ਉਪਕਾਰ ਕੀਤਾ। ਸੱਚੇ ਪਾਤਸ਼ਾਹ ਧੰਨ ਗੁਰੂ ਕਲਗੀਧਰ ਗਰੀਬ ਨਵਾਜ ਸਾਧ ਸੰਗਤ ਜੀ ਜੇ ਨਾ ਸ਼ਮਸ਼ੀਰ ਉਠਾਉਂਦੇ ਤੇ ਹੁਣ ਨੂੰ ਭਾਰਤ ਅਫਗਾਨਿਸਤਾਨ ਨਾਲ ਰਲਿਆ ਹੁੰਦਾ। ਇਹ ਅਰਬ ਦੇਸ਼ ਜਾਂ ਜਿਹੜਿਆ ਹੈ ਕਹਿ ਲਓ ਵੀ ਜਿਹੜੇ ਇਸਲਾਮ ਦੇਸ਼ ਹੈ ਉਹਦਾ ਇੱਕ ਬੜਾ ਵੱਡਾ ਹਿੱਸਾ ਹੁੰਦਾ। ਤਿਲਕ ਜੰਝੂ ਕਿਤੇ ਲੱਭਿਆ ਨਾ ਲੱਭਦਾ। ਤੋ ਐਡਾ ਪਰਉਪਕਾਰ ਕੀਤਾ ਪਾਤਸ਼ਾਹ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦਾ। ਮਨ ਹੈ ਜੇ ਨਾ ਅਗੀ ਨਹਿ ਕੋ ਸਾਮ। ਕਵੀ ਜੀ ਕਹਿੰਦੇ ਜਿਹੜਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦਾ ਪਰਉਪਕਾਰ ਨਹੀਂ ਨਾ ਮੰਨਦਾ, ਹਿੰਦੂਆਂ ਦੇ ਘਰੇ ਜੰਮ ਕੇ, ਹੁਣ ਵਾਲੇ ਕਹਿੰਦੇ ਆ ਨਾ ਵੀ ਅਖੇ ਜੀ ਇਹ ਸਾਡੇ ਚੋਂ ਨਿਕਲੇ ਆ। ਤੋ ਪਾਤਸ਼ਾਹ ਕਵੀ ਸੰਤੋਖ ਸਿੰਘ ਕਹਿੰਦੇ ਆ ਕਿ ਉਹ ਜਾਣਨ ਇਹ ਗੱਲ ਵੀ ਗੁਰੂ ਕਲਗੀਧਰ ਪਾਤਸ਼ਾਹ ਨੇ ਪਰਉਪਕਾਰ ਕੀਤਾ ਤੁਹਾਡੇ ਤੇ। ਜੇ ਨਹੀਂ ਮੰਨਦੇ ਨਾ ਪਰਉਪਕਾਰ, ਤੇ ਤੁਹਾਡੇ ਵਰਗਾ ਹੋਰ ਕੋਈ ਪਾਪੀ ਨਹੀਂ ਹੈ। ਜਾਏ ਨਿਰੈ ਪਦ ਬੀਚ ਪਰਿਓ। ਤੇ ਜਾਏ ਨਿਰੈ ਪਦ, ਉਹ ਨਰਕਾਂ ਵਿੱਚ ਪਏਗਾ ਹਿੰਦੂ ਜਿਹੜਾ ਧੰਨ ਗੁਰੂ ਕਲਗੀਧਰ ਪਾਤਸ਼ਾਹ ਦੇ ਕੀਤੇ ਪਰਉਪਕਾਰ ਤੋਂ ਮੁਨਕਰ ਹੋਵੇਗਾ। ਵੀਰ ਬਲੀ ਗੁਰੂ ਗੋਬਿੰਦ ਸਿੰਘ। ਮਹਾਨ ਬਲੀ ਹੈ ਧੰਨ ਗੁਰੂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ। ਬਲੀਆਂ ਦੇ ਬਲੀ, ਸੂਰਮਿਆਂ ਦੇ ਸੂਰਮੇ ਹਨ। ਤੁਰ ਕਾਨ ਕੋ ਤੇਜ ਹਰਿਓ। ਤੇ ਜਿਹੜੇ ਤੁਰਕੜੇ ਜਾਂ ਜਿਹੜੇ ਜਰਵਾਣੇ ਸੀ ਉਹਨਾਂ ਸਮਿਆਂ ਵਿੱਚ ਬੜੇ ਬਣੇ ਹੋਏ ਜ਼ੁਲਮ ਕਰਦੇ ਸੀ, ਤਖਤਾਂ ਦੇ ਮਾਲਕ ਸੀ, ਬੜਾ ਤੇਜ ਪ੍ਰਤਾਪ ਸੀ ਔਰੰਗੇ ਕੇ ਪਰਿਵਾਰ ਦਾ, ਬਾਬਰ ਕਿਆਂ ਦਾ। ਜਿਸ ਗੁਰੂ ਕਲਗੀਧਰ ਪਾਤਸ਼ਾਹ ਗਰੀਬ ਨਵਾਜ ਨੇ ਬੜੀ ਦਇਆ ਕੀਤੀ, ਜੀਵਾਂ ਦੀ ਕਲਿਆਣ ਸੁਖ ਦਾ ਸਾਹ ਦਵਾਇਆ ਇਸ ਪ੍ਰਜਾ ਨੂੰ, ਭਾਰਤ ਵਰਸ਼ ਨੂੰ। ਤੁਰਕਾਂ ਦਾ ਤੇਜ ਪ੍ਰਤਾਪ ਨਾਸ਼ ਕੀਤਾ, ਇਹਨਾਂ ਦੀ ਜੜ ਪੱਟ ਦਿੱਤੀ ਹੈ ਸੀ। ਹਿੰਦ ਥਰਿਓ ਬਾਡੋ ਜੰਗ ਜੁਰਿਓ। ਜਿਸ ਕਰਕੇ ਹਿੰਦੂ ਟਿਕਿਆ ਰਹਿ ਗਿਆ ਭਾਰਤ ਵਰਸ਼ ਅੰਦਰ, ਨੇ ਤਾਂ ਹਿੰਦ ਧਰਮ ਨਹੀਂ ਸੀ ਕਿਤੇ ਲੱਭਣਾ। ਚਾਹੇ ਵੱਡ ਜੰਗ ਜੁਰਿਓ, ਗਰੀਬ ਨਵਾਜ ਮਹਾਰਾਜ ਨੇ ਵੱਡੇ 14 ਯੁੱਧ ਮਚਾ ਕਰਕੇ ਹਿੰਦੁਸਤਾਨ ਵਿੱਚ ਹਿੰਦੂ ਨੂੰ ਟਿਕਦਾ ਕੀਤਾ, ਇਹਨਾਂ ਦੇ ਰੱਖਿਆ ਕੀਤੀ, ਰਹਿਣ ਯੋਗ ਬਣਾਉਣਾ ਕੀਤਾ ਹੈ। ਭਟ ਬ੍ਰਿੰਦ ਮਰਿਓ ਰਸ ਵੀਰ ਭਰਿਓ। ਚਾਹੇ ਇਸ ਭਾਰਤ ਵਰਸ਼ ਦੀ ਜਾਂ ਹਿੰਦੂਆਂ ਦੀ ਰੱਖਿਆ ਵਾਸਤੇ ਧੰਨ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਬੜੇ ਬੜੇ ਸਾਧ ਸੰਗਤ ਸੂਰਮੇ ਮਰੇ, ਸ਼ਹੀਦ ਹੋਏ। 4 ਪੁੱਤਰ ਪਾਤਸ਼ਾਹ ਨੇ ਸ਼ਹਾਦਤ ਦੇ ਹਵਾਲੇ ਕੀਤੇ। ਬੜੇ ਬੜੇ ਸੂਰਮੇ ਚਮਕੌਰ ਦੀ ਗੜੀ ਵਿੱਚ ਕਿੰਨੇ, ਤੋ ਰੋਪੜ ਤੋਂ ਲੈ ਕੇ ਸਾਧ ਸੰਗਤ ਆਨੰਦਪੁਰ ਜਾਂ ਆਨੰਦਪੁਰ ਸਾਹਿਬ ਤੋਂ ਰੋਪੜ ਤੀਕਰ ਲਾਸ਼ ਨਾਲ ਲਾਸ਼ ਜੁੜ ਗਈ ਸੀ ਜਦੋਂ ਗੁਰੂ ਕਲਗੀਧਰ ਪਾਤਸ਼ਾਹ ਜੀ ਆਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ।
ਇੰਨੀ ਦਇਆ ਗਰੀਬ ਨਵਾਜ ਮਹਾਰਾਜ ਨੇ ਇਸ ਭਾਰਤ ਵਰਸ਼ ਤੇ ਕੀਤੀ। ਜਿਹੜੇ ਨਹੀਂ ਮੰਨਦੇ, ਕਵੀ ਕਹਿੰਦੇ ਵੱਡੇ ਪਾਪੀ ਨਰਕਾਂ ਨੂੰ ਜਾਣਗੇ ਹਿੰਦੂ, ਜਿਹੜੇ ਮਹਾਰਾਜ ਦਾ ਪਰਉਪਕਾਰ ਨਹੀਂ ਮੰਨਦੇ। ਇਹੋ ਜਿਹੇ ਦੀਨ ਦਿਆਲ ਪਾਤਸ਼ਾਹ ਜਿਨ੍ਹਾਂ ਦੇ ਬੜੇ ਸੂਰਮੇ ਚੜ੍ਹਾਈ ਕਰ ਗਏ, ਸ਼ਹੀਦ ਹੋਏ, ਪਰ ਫਿਰ ਵੀ ਮਹਾਰਾਜ ਦਾ ਵੀਰ ਰਸ ਘੱਟ ਨਹੀਂ ਹੋਇਆ। ਸਤਿਗੁਰਾਂ ਨੇ ਜੰਗਾਂ ਯੁੱਧਾਂ ਦਾ ਅਭਿਆਸ ਹੁਣ ਤੀਕਰ ਖਾਲਸੇ ਨੂੰ ਜਾਰੀ ਰੱਖਿਆ ਰਖਵਾਇਆ ਹੈ। ਦੋਹਰਾ ਆਗੇ 10 ਪਤੇ ਸਾਹ ਕੇ। ਤੋ ਅੱਗੇ ਕਵੀ ਸੰਤੋਖ ਸਿੰਘ ਜੀ ਮੰਗਲ ਕਰਦੇ ਆ ਸੰਤਾਂ ਭਗਤਾਂ ਦਾ, ਜਿੰਨੇ ਵੀ ਗੁਰੂ ਪਾਤਸ਼ਾਹ ਮਹਾਰਾਜ ਦੇ ਅੱਗੇ ਸ਼ਹੀਦ ਸਿੰਘ ਭੁਜੰਗੀ ਕੋਈ ਸਿੱਖ ਹੋਏ ਹੈ, ਮਾਤਾਵਾਂ ਹੋਈਆਂ, ਸ਼ਹੀਦ ਸਿੰਘਣੀਆਂ ਹੋਈਆਂ। ਕਵੀ ਜੀ ਕਹਿੰਦੇ ਭਾਈ ਅੱਗੇ ਅਸੀਂ 10 ਪਾਤਸ਼ਾਹੀਆਂ ਤੋਂ ਬਾਅਦ ਜਿੰਨਾ ਖਾਲਸਾ ਪੰਥ ਜੂਝਦਾ ਹੋਇਆ, ਸ਼ਹੀਦ ਹੋਇਆ, ਕੋਈ ਸ਼ਹੀਦ ਸਿੰਘ ਹੈ, ਭੁਜੰਗੀ ਹੈ, ਸਿੰਘਣੀਆਂ ਹਨ, ਜਿੰਨੇ ਵੀ ਸਿੱਖ ਸੰਗਤ ਗੁਰਦਾਸ। ਗੁਰੂ ਘਰ ਦੇ ਦਾਸ ਹੋਏ ਆ, ਜਿਹੜੇ ਲੰਗਰਾਂ ਦੀਆਂ ਸੇਵਾਵਾਂ, ਹੋਰ ਬੜੀਆਂ ਸੇਵਾਵਾਂ ਕਰਨ ਵਾਲੇ, ਜਿੰਨੀ ਗੁਰੂ ਖਾਲਸਾ ਸਿੱਖ ਸੰਗਤ ਹੈ। ਨਮਸਕਾਰ ਮੇਰੀ ਸਭਿਨ। ਸਾਰਿਆਂ ਸੰਤਾਂ ਭਗਤਾਂ ਬ੍ਰਹਮ ਗਿਆਨੀਆਂ ਮਹਾਂਪੁਰਖਾਂ ਸ਼ਹੀਦ ਭੁਜੰਗੀਆਂ ਸਿੰਘ ਸਿੰਘਣੀਆਂ ਸਾਰੇ ਗੁਰੂ ਖਾਲਸੇ ਨੂੰ ਕਵੀ ਜੀ ਕਹਿੰਦੇ ਮੇਰੀ ਨਮਸਕਾਰ। ਇੱਥੇ ਕਈ ਸਾਧ ਸੰਗਤ ਜੀ ਇਹ ਜ਼ੋਰ ਲਾਉਂਦੇ ਆ ਕਿ ਕਵੀ ਸੰਤੋਖ ਸਿੰਘ ਜੀ ਹਿੱਤੂ ਮਤ ਦਾ ਪ੍ਰਚਾਰ ਕੀਤਾ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਅੰਦਰ। ਕੌਣ ਲਾਹਣਤ ਪਾਉਂਦਾ ਸਾਧ ਸੰਗਤ ਜੀ ਅੱਜ ਦੇ ਯੁੱਗ ਵਿੱਚ ਐਡੀ ਮਹਾਨ ਰਚਨਾ, ਇਹ ਲਾਹਣਤ ਪਾ ਜਾਵੇ ਕੋਈ ਵੀ। ਜਿਹੜੇ ਨਹੀਂ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦਾ ਪਰਉਪਕਾਰ ਮੰਨਦੇ, ਉਹ ਸਾਰੇ ਕਿਰਤ ਘਣ ਤੇ ਨਰਕਾਂ ਨੂੰ ਜਾਣਗੇ, ਵੱਡੇ ਪਾਪੀ ਹੈ। ਇੱਥੇ ਕਵੀ ਜੀ ਸੰਤਾਂ ਭਗਤਾਂ ਸ਼ਹੀਦ ਸਿੰਘਾਂ ਸਾਰੇ ਖਾਲਸੇ ਗੁਰਮੁਖਾਂ ਦਾ ਉਹ ਧਿਆਨ ਧਰ ਕੇ ਕਹਿੰਦੇ ਕਿ ਨਮਸਕਾਰ ਮੇਰੀ ਸਭਨ, ਸਾਰਿਆਂ ਦੇ ਚਰਨਾਂ ਵਿੱਚ ਮੇਰੀ ਇਹ ਨਮਸਕਾਰ ਹੈ। ਸੁਨਹਾਈ ਅਰਦਾਸ। ਤੇ ਕਵੀ ਸੰਤੋਖ ਸਿੰਘ ਸ਼ਹੀਦੋ ਸਿੰਘੋ ਖਾਲਸਾ ਗੁਰੂ ਪੰਥ ਦੇ ਅੱਗੇ ਇਹ ਅਰਦਾਸ ਕਰਦਾ ਹੈ, ਮੇਰੀ ਕਵੀ ਦੀ ਅਰਦਾਸ ਸੁਣਨੀ ਕਰੋ ਆਪ ਸਾਰੇ। ਸਤਿਗੁਰ ਚਰਨ ਸਰੋਜ ਕੋ। ਵੀ ਜਿਹੜੇ ਧੰਨ ਗੁਰੂ ਪਾਤਸ਼ਾਹ ਗੁਰੂ ਨਾਨਕ ਦੇਵ ਜੀ 10 ਪਾਤਸ਼ਾਹੀਆਂ ਨਾ, ਉਹਨਾਂ ਦੇ ਜਿਹੜੇ ਚਰਨ ਹੈ ਉਹ ਕਮਲਾਂ ਵਰਗੇ ਹਨ। ਮਾਨਸ ਮਾਨਸ ਹੋਏ। ਤੇ ਇੱਕ ਮਾਨਸ ਦਾ ਅਰਥ ਮੇਰਾ ਮਨ ਹੈ, ਜਿਹੜਾ ਮੇਰਾ ਮਨ ਹੈ ਨਾ ਉਹ ਮਾਨਸ ਕਹੀਏ ਮਾਨ ਸਰੋਵਰ ਹੋ ਜਾਵੇ, ਤੇ ਪਾਤਸ਼ਾਹੀਆਂ ਦੇ ਚਰਨ ਜਿਹੜੇ ਕਮਲ ਬਣ ਜਾਣ। ਜਿਵੇਂ ਕਮਲ ਮਾਨ ਸਰੋਵਰ ਵਿੱਚ ਰਹਿੰਦਾ, ਸਤਿਗੁਰਾਂ ਦੇ ਚਰਨ ਇਹ ਕਵੀ ਦੇ ਹਿਰਦੇ ਵਿੱਚ ਵਸ ਜਾਵਣ। ਮਾਨਸ ਜਨਮ ਸਕਾਰ ਥਾ। ਤਾਂ ਕਿ ਮਨੁੱਖਾ ਜਨਮ ਮੇਰਾ ਸਫਲਾ ਹੋ ਜਾਵੇ। ਮਾਨਸ ਤਰ ਹੈ ਸੋਏ। ਤੇ ਮਾਨਸ ਦੇ ਸਹਿਤ ਤਰ ਜਾਵੇ ਸੋਏ। ਇਹ ਕਵੀ ਜਾਂ ਕਹਿ ਲਓ ਜਿਹੜਾ ਪਾਤਸ਼ਾਹ ਮਹਾਰਾਜ ਸਿੱਖਾਂ ਸੰਤਾਂ ਭਗਤਾਂ ਦੇ 10 ਪਾਤਸ਼ਾਹੀਆਂ ਦਾ ਧਿਆਨ ਧਰਨ ਵਾਲਾ ਹੈ, ਉਹਦਾ ਜਨਮ ਵੀ ਸਫਲ ਹੈ ਤੇ ਮਾਣ ਸਤਿਕਾਰ ਦੇ ਸਹਿਤ ਅਗਲੀ ਦਰਗਾਹ ਨੂੰ ਜਾਂਦਾ, ਉਹ ਤਰ ਜਾਂਦਾ ਇਸ ਸੰਸਾਰ ਦੇ ਵਿੱਚੋਂ। ਸਭ ਸੰਤਨ ਕੋ ਕਰ ਕਰ ਬੰਦਨ। ਉਹ ਹੁਣ ਅੱਗੇ ਕਵੀ ਜੀ ਕਹਿੰਦੇ ਆ ਕਿ ਅਸੀਂ ਸਾਰਿਆਂ ਸੰਤਾਂ ਭਗਤਾਂ ਨੂੰ 10 ਪਾਤਸ਼ਾਹੀਆਂ ਨੂੰ ਨਮਸਕਾਰ ਕੀਤੀ ਹੈ, ਮੰਗਲਾਂ ਵਿੱਚ ਬੰਦਨ ਕੀਤੀ ਹੈ। ਕਹੂੰ ਕਥਾ ਸਭ ਬਿਘਨ ਨਿਕੰਦਨ। ਹੁਣ ਅੱਗੇ ਅਸੀਂ ਕਥਾ ਕਹਿੰਦੇ ਆ, 5ਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਦਾ ਇਤਿਹਾਸ ਰਹਿੰਦਾ ਕਹਿ ਰਹੇ ਹਾਂ ਭਾਈ। ਉਹ ਪਾਤਸ਼ਾਹ ਦੀ ਕਥਾ ਜਿਹੜੀ ਸਾਰੇ ਵਿਘਨਾਂ ਨੂੰ ਕੱਟਣ ਵਾਲੀ ਹੈ। ਤੀਨ ਰਾਸ ਮੈਂ ਪੂਰਨ ਕਰੀ। ਕਿਉਂਕਿ ਪਿੱਛੇ ਕਵੀ ਜੀ ਕਹਿੰਦੇ ਸੀ 3 ਰਾਸਾਂ ਜਿਹੜੀਆਂ ਇਸ ਗ੍ਰੰਥ ਦੀਆਂ ਪੂਰੀਆਂ ਕਰ ਆਏ ਹਾਂ। ਕਥਾ ਗੁਰਨ ਕੀ ਸੁੰਦਰ ਧਰੀ। ਹਾਂ, ਉਹ ਗੁਰੂ ਅੰਗਦ ਦੇਵ ਮਹਾਰਾਜ, ਗੁਰੂ ਅਮਰਦਾਸ, ਗੁਰੂ ਰਾਮਦਾਸ ਪਾਤਸ਼ਾਹ ਦੀ ਪੂਰੀ ਕਥਾ ਤੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਦਾ ਕੁਝ ਇਤਿਹਾਸ, ਅਸੀਂ ਸੁੰਦਰ ਇਤਿਹਾਸ 3 ਰਾਸਾਂ ਵਿੱਚ ਪੂਰਾ ਕੀਤਾ ਪਿੱਛੇ। ਪੁੱਛਿਓ ਸਭ ਸਿੱਖਣ ਹਿਤ ਕਰਕੇ। ਤੋ ਇਹ ਕਥਾ ਕਵੀ ਜੀ ਕਹਿੰਦੇ ਹੁਣ ਅਸੀਂ ਅੱਗੇ ਭਾਈ ਕਥਾ ਜਿਹੜੀ ਹੈ ਉਹ ਆਰੰਭ ਕਰ ਰਹੇ ਹਾਂ। ਜਿੰਨੇ ਸਿੱਖ ਸੀ ਨਾ ਸਾਧ ਸੰਗਤ ਜੀ, ਇਹ ਹੁਣ ਬਾਬਾ ਰਾਮ ਕੌਰ ਜੀ ਦੇ ਮੂੰਹੋਂ ਕਹਾ ਰਹੇ ਨਾ ਕਵੀ ਜੀ ਕਥਾ, ਕਿਉਂਕਿ ਧੰਨ ਬਾਬਾ ਰਾਮ ਕੌਰ ਜੀ ਬਾਬਾ ਬੁੱਢਾ ਸਾਹਿਬ ਜੀ ਦੀ ਅੰਸ਼ ਬੰਸ ਵਿੱਚੋਂ ਤੁਸੀਂ ਜਿੰਨਾ ਲੜੀਵਾਰ ਕਥਾ ਸੁਣੀ ਉਹ ਜਾਣਦੇ ਹੈ। ਬਾਬਾ ਰਾਮ ਕੌਰ ਜੀ ਤੋਂ ਇਤਿਹਾਸ ਸੁਣਨ ਵਾਸਤੇ ਨੰਦੇੜ ਦੇ ਸਿੰਘ ਆਏ ਸੀ। ਜਦੋਂ ਗੁਰੂ ਕਲਗੀਧਰ ਪਾਤਸ਼ਾਹ ਸੱਚਖੰਡ ਗਏ ਚਲੇ, ਕੁਝ ਬਾਬਾ ਬੰਦਾ ਸਿੰਘ ਜੀ ਬਹਾਦਰ ਨਾਲ ਰਲ ਗਏ, ਤੋ ਜੰਗਾਂ ਯੁੱਧਾਂ ਵਿੱਚ ਜੁਟ ਗਏ। ਕੁਝ ਜਿਹੜੇ ਵੈਰਾਗੀ ਹੋ ਗਏ ਸੀ, ਮਹਾਰਾਜ ਦੇ ਦਰਸ਼ਨਾਂ ਬਿਨਾਂ ਜਿਹੜੇ ਰਹਿੰਦੇ ਨਹੀਂ ਸਨ, ਉਹਨਾਂ ਨੂੰ ਪਤਾ ਲੱਗਿਆ ਵੀ ਗੁਰੂ ਕਲਗੀਧਰ ਪਾਤਸ਼ਾਹ ਜੀ ਸੱਚਖੰਡ ਜਾਣ ਤੋਂ ਬਾਅਦ ਵੀ ਧੰਨ ਬਾਬਾ ਰਾਮ ਕੌਰ ਜੀ ਨੂੰ ਰੋਜ਼ ਦਰਸ਼ਨ ਦੇਣ ਆਉਂਦੇ ਇਕੱਲਿਆਂ ਨੂੰ। ਤੇ ਬਾਬਾ ਰਾਮ ਕੌਰ ਜੀ ਵਰਗਾ ਬ੍ਰਹਮ ਗਿਆਨੀ ਕੋਈ ਹੋਰ ਪੰਥ ਵਿੱਚ ਹੈ ਨਹੀਂ, ਨਾ ਹੋਇਆ ਨਾ ਹੋਣਾ।
ਇਹਨਾਂ ਕੋਲ ਫਿਰ ਵਿਰਾਗੀ ਸਿੰਘ ਆ ਕੇ ਬੇਨਤੀ ਕੀਤੀ ਵੀ ਸਾਡਾ ਹੁਣ ਜੀਣ ਨੂੰ ਦਿਲ ਨਹੀਂ ਕਰਦਾ ਸੰਸਾਰ ਤੇ, ਆ ਸਾਨੂੰ ਆਨੰਦ ਫੇਰ ਹੈ ਵੀ ਸਾਨੂੰ ਮਹਾਰਾਜ ਦੇ ਦਰਸ਼ਨ ਕਰਵਾਓ। ਤੋ ਬਾਬਾ ਰਾਮ ਕੌਰ ਜੀਆਂ ਫਿਰ ਖਾਲਸਾ ਜੀ ਸ਼ਰਵਣ ਦਰਸ਼ਨ ਕਰਵਾਏ ਸੀ ਵੀ ਗੁਰੂ ਨਾਨਕ ਪਾਤਸ਼ਾਹ ਜਾਂ ਗੁਰੂ ਅੰਗਦ ਦੇਵ ਪਾਤਸ਼ਾਹ ਤੋਂ ਲੈ ਕੇ ਸਾਰਾ ਇਤਿਹਾਸ ਫਿਰ ਸੁਣਾ, ਕਿਉਂਕਿ ਬਿਰਤੀ ਐਡੀ ਸੀ, ਆਪਣੀ ਬਿਰਤੀ ਉੱਥੇ ਲੈ ਗਏ ਸੀ ਜਦੋਂ ਗੁਰੂ ਨਾਨਕ ਪਾਤਸ਼ਾਹ ਦਾ ਅਵਤਾਰ ਹੋਇਆ। ਤੇ ਇਨ ਬਿਨ ਜੋ ਵੀ ਘਟਿਆ ਸਾਰਾ ਹੀ ਬਾਬਾ ਰਾਮ ਕੌਰ ਜੀਆਂ ਨੇ ਇਤਿਹਾਸ ਸੁਣਾ ਦਿੱਤਾ ਸੀ। ਸਾਹਿਬ ਸਿੰਘ ਲਿਖਾਰੀ ਲੱਗੇ ਸੀ, ਉਹ ਜਿਹੜਾ ਲਿਖਤ ਸੀ ਨਾ, ਜਿੰਨੀ ਵੀ ਲਿਖੀ ਹੋਈ ਸਾਹਿਬ ਸਿੰਘ ਲਿਖਾਰੀ ਨੇ ਬਾਬਾ ਰਾਮ ਕੌਰ ਜੀ ਦੀ, ਉਹਦੇ ਵਿੱਚੋਂ ਇੱਕ 500 ਸਾਖੀ ਪੁਸਤਕ ਬਣੀ। ਉਹ ਪੰਥ ਪਾਸ ਮੇਰਾ ਖਿਆਲ ਹੁਣ ਹੈ ਨਹੀਂ, ਤੇ ਉਹਦੇ ਵਿੱਚੋਂ ਹੀ 100 ਸਾਖੀ ਨਿਕਲੀ ਜਿਹੜੀ ਆਪਾਂ ਪੜ੍ਹਦੇ ਹਾਂ। ਇਹ ਵੀ ਬਾਬਾ ਰਾਮ ਕੌਰ ਮਹਾਂਪੁਰਖਾਂ ਨੇ ਜਿਹੜੀ ਉਹਦੇ ਵਿੱਚੋਂ ਇੱਕ ਪੁਸਤਕ 500 ਸਾਖੀ ਵਿੱਚੋਂ ਇੱਕ 100 ਸਾਖੀ ਪੁਸਤਕ ਨਿਕਲੀ। 500 ਸਾਖੀ ਦੇ ਵਿੱਚੋਂ ਰਹੋ ਵਿਚਾਰ, ਜਿਹੜੀ ਵਾਰਤਕ ਲਿਖਤ ਸੀ ਬਾਬਾ ਭਾਈ ਸਾਹਿਬ ਸਿੰਘ ਨੇ ਲਿਖ ਲਈ, ਉਹ ਸਾਰੀ ਦੀ ਸਾਰੀ ਲਿਖਤ ਭਾਈ ਸੰਤੋਖ ਸਿੰਘ ਸਾਹਿਬ ਜੀਆਂ ਦੇ ਪਾਸ ਆ ਗਏ ਸੀ ਜਦੋਂ ਇਹ ਗ੍ਰੰਥ ਲਿਖਣ ਲੱਗੇ, ਕੈਂਥਲ ਰਾਜਾ ਉਦੈ ਸਿੰਘ ਦੀ ਸਰਪ੍ਰਸਤੀ ਹੇਠ। ਤੋ ਉਹ ਫਿਰ ਕਵੀ ਜੀਆਂ ਉਹ ਤਾਂ ਕਰਕੇ ਬਾਬਾ ਰਾਮ ਕੌਰ ਦੇ ਮੂੰਹ ਇਤਿਹਾਸ ਕਹਾਇਆ, ਕਿਉਂਕਿ ਸਾਰੀ ਜੋ ਵੀ ਇਤਿਹਾਸ ਦੀ ਸਮੱਗਰੀ ਉਹ ਬਾਬਾ ਰਾਮ ਕੌਰ ਸਾਹਿਬ ਵਾਲੀ ਸਾਖੀ ਤੋਂ ਹੀ ਕਵੀ ਜੀਆਂ ਗ੍ਰੰਥ ਕਾਵਿ ਰਚਨਾ ਵਿੱਚ ਲਿਖਿਆ। ਤੋ ਕਵੀ ਸੰਤੋਖ ਸਿੰਘ ਜੀ ਅੱਗੇ ਸਾਰੀ ਕਥਾ ਹੁਣ ਬਾਬਾ ਰਾਮ ਕੌਰ ਜੀ ਦੇ ਮੁਖੋਂ ਕਹਾਉਣਗੇ। ਤੋ ਪੁੱਛਿਓ ਸਭ ਸਿੱਖਣ ਹਿਤ ਕਰਕੇ, ਜਦੋਂ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਇਤਿਹਾਸ ਦੀ ਕਥਾ ਧੰਨ ਬਾਬਾ ਰਾਮ ਕੌਰ ਜੀ ਰਮਦਾਸ ਕੇ ਸੁਣਾਈ ਜਾ ਰਹੇ ਹੈ, ਤੇ ਜਿਹੜੇ ਸਿੱਖ ਸੁਣਦੇ ਸੀ ਨਾ ਨਦੇੜਦੇ ਆਏ ਹੋਏ ਮਹਾਂਪੁਰਖਾਂ ਤੋਂ ਕਥਾ, ਉਹਨਾਂ ਹੱਥ ਜੋੜ ਕਰਕੇ ਪੁੱਛਣਾ ਕੀਤਾ ਬਾਬਾ ਰਾਮ ਕੌਰ ਜੀ ਤੋਂ, ਕਥਾ ਗੁਰਨ ਕੀ ਕਹੋ ਵਿਚਰ ਕੈ। ਕਿਹੇ ਧੰਨ ਬਾਬਾ ਰਾਮ ਕੌਰ ਜੀ ਮਹਾਂਪੁਰਖੋ, ਤੁਸੀਂ ਹੋਰ ਵੀ ਕਥਾ ਪਾਤਸ਼ਾਹ ਦੇ ਘਰ ਦੀ ਕਹੋ ਵਿਚਾਰ ਕਰਕੇ ਸਾਨੂੰ। ਰਾਮ ਕੌਰ ਸੋ ਸਕਲ ਸੁਚਾਰੀ, ਤੇ ਸਾਰੀ ਬਾਬਾ ਰਾਮ ਕੌਰ ਜੀਆਂ ਫਿਰ ਕਵੀ ਕਹਿੰਦੇ ਉਚਾਰੀ। ਇਹਨਾਂ ਸਿੰਘਾਂ ਬੇਨਤੀ ਕੀਤੀ ਸਾਨੂੰ ਸੁਣਾਓ ਹੋਰ ਵੀ ਕਥਾ, ਪੰਜਵੇਂ ਪਾਤਸ਼ਾਹ ਤੱਕ ਨਹੀਂ, ਸਾਨੂੰ 10ਵੇਂ ਪਾਤਸ਼ਾਹ ਤੱਕ ਸਾਰਾ ਇਤਿਹਾਸ ਹੁਣ ਤੀਕਰ ਸੁਣਾਓ। ਤੋ ਬਾਬਾ ਰਾਮ ਕੌਰ ਜੀਆਂ ਫਿਰ ਸਾਰਾ ਇਤਿਹਾਸ ਸੁਣਾਉਣਾ ਕੀਤਾ। ਸੁੰਦਰ ਬਿਧ ਜਤ ਬਹੁ ਵਿਸਤਾਰੀ, ਬੜੀ ਖੋਲ ਖੋਲ ਕੇ ਕਥਾ ਸੁੰਦਰ ਢੰਗ ਤਰੀਕੇ ਦੇ ਨਾਲ, ਤਿਸ ਪ੍ਰਸੰਗ ਤੇ ਸਿੱਖਣ ਕਥਾ। ਤੇ ਉਹ ਪ੍ਰਸੰਗ ਜਿਹੜੇ ਬਾਬਾ ਜੀ ਨੇ ਸੁਣਾਏ ਉਹ ਸਾਰੀ ਜਿਹੜੀ ਕਥਾ ਸਿੱਖਾਂ ਸੁਣ ਕੇ, ਜਥਾ ਹੁਤੀ ਗਨ ਬਰਨੀ ਤਥਾ। ਕਵੀ ਜੀ ਕਹਿੰਦੇ ਉਹ ਸਾਰੀ ਕਥਾ ਨੂੰ ਮੈਂ ਇੱਥੇ ਵਰਣਨ ਕਰ ਦਿੱਤਾ ਹੈ। ਗੁਰਪ੍ਰਤਾਪ ਸੂਰਜ ਗ੍ਰੰਥ ਅੰਦਰ ਜਿਹੜੀ ਵੀ ਕਥਾ ਬਾਬਾ ਰਾਮ ਕੌਰ ਜੀਆਂ ਸਿੰਘਾਂ ਨੂੰ ਸੁਣਾਈ ਸੀ, ਸਭ ਸਿੰਘਣ ਕੋ ਅਧਿਕ ਰਿਜਾਵਾ। ਤੇ ਬਾਬਾ ਰਾਮ ਕੌਰ ਜੀਆਂ ਕਥਾ ਐਡੇ ਢੰਗ ਨਾਲ ਸੁਣਾਈ, ਸਾਰੇ ਸਿੰਘ ਜਿਹੜੇ ਐਨ ਰੂਬਰੂ ਪਾਤਸ਼ਾਹ ਦੇ ਦਰਸ਼ਨ ਕਰਾ ਦਿਆ ਕਰਨ। ਜਦੋਂ ਜੇ ਗੁਰੂ ਨਾਨਕ ਪਾਤਸ਼ਾਹ ਦਾ ਇਤਿਹਾਸ ਸੁਣਾਉਣ ਤੇ ਸੁਣਨ ਵਾਲੇ ਸਿੰਘਾਂ ਨੂੰ ਲੱਗੇ ਵੀ ਗੁਰੂ ਨਾਨਕ ਪਾਤਸ਼ਾਹ ਜੀ ਸਾਡੇ ਨਾਲ ਤੁਰੇ ਫਿਰ ਰਹੇ ਆ, ਤੋ ਇਸ ਤਰ੍ਹਾਂ ਸੁਣਾ ਕੇ ਕਥਾ ਸਿੰਘਾਂ ਨੂੰ ਮਹਾਂਪੁਰਖਾਂ ਨੇ ਬੜਾ ਖੁਸ਼ ਕਰ ਦਿੱਤਾ ਹੈ। ਔਰ ਸੰਬੂਹਣ ਚਾਵ ਵਧਾਵਾ, ਸਾਰਿਆਂ ਸਿੰਘਾਂ ਨੇ ਮਨ ਵਿੱਚ ਸੰਗਤ ਸੁਣਨ ਵਾਲੀ ਨੇ ਰਮਦਾਸ ਕੇ ਬੈਠਿਆਂ ਹੋਇਆਂ ਚਾਅ ਵਧਾਇਆ ਹੈ। ਕਥਾ ਸੁਣਨ ਪਰ ਮਨ ਰੁਚ ਜਾਗੀ, ਤੇ ਕਥਾ ਸੁਣ ਕੇ ਸਾਰਿਆਂ ਦੇ ਮਨ ਵਿੱਚ ਬੜੀ ਰੁਚੀ ਪ੍ਰੇਮ ਜਾਗ ਪਿਆ, ਗੁਰੂ ਘਰ ਦੀ ਸ਼ਰਧਾ ਜਾਗੀ ਹੈ। ਗੁਰ ਪਗ ਪੰਕਜ ਕੇ ਅਨੁਰਾਗੀ, ਤੇ ਸਾਧ ਸੰਗ ਜਿਵੇਂ ਤੁਸੀਂ ਬੈਠੇ ਰਹਿੰਦੇ ਹੋ ਘੰਟਾ ਘੰਟਾ, ਇਸੇ ਤਰ੍ਹਾਂ ਉੱਥੇ ਵੀ ਦੀਵਾਨ ਰਮਦਾਸ ਕੇ ਸੱਜਦਾ ਬਾਬਾ ਰਾਮ ਕੌਰ ਜੀ ਕਥਾ ਸੁਣਾਉਣ, ਤੇ ਬੜੀਆਂ ਸੰਗਤਾਂ ਬੜੇ ਪ੍ਰੇਮ ਨਾਲ ਪਾਤਸ਼ਾਹ ਦੇ ਘਰ ਦੀ ਕਥਾ ਸੁਣਨ, ਤੇ ਬੜਾ ਪ੍ਰੇਮ ਹਿਰਦੇ ਵਿੱਚ ਸਭ ਦੇ ਝਲਕ ਰਿਹਾ ਹੈ। ਸਭਿਨ ਸੁਜਸ ਕੋ ਬਰਨਨ ਕੀਨਾ, ਤੇ ਜਿੰਨੇ ਸਿੱਖ ਸਿੱਖਣੀਆਂ ਜਿੰਨੇ ਕਥਾ ਸੁਣਦੇ ਹੈ ਉਹਨਾਂ ਬਾਬਾ ਰਾਮ ਕੌਰ ਜੀ ਦੇ ਮੂੰਹ ਕਥਾ ਸੁਣ ਕੇ ਬੜੀ ਸੋਭਾ ਕੀਤੀ ਮਹਾਂਪੁਰਖਾਂ ਦੀ। ਰਾਮ ਕੌਰ ਸਰਭਾਗਯ ਪ੍ਰਬੀਨਾ, ਆਖਿਆ ਬਾਬਾ ਰਾਮ ਕੌਰ ਜੀ ਤੁਸੀਂ ਤਾਂ ਸਰਬ ਗਿਆਤੇ ਹੋ, ਬਹੁਤ ਸਿਆਣੇ ਸੁਗੜ ਸਰੂਪ ਹੋ। ਭੂਤ ਭਵਿਖਯਤ ਕੇਰ ਬ੍ਰਿਤਾਂਤ, ਤੁਸੀਂ ਇਕੱਲਾ ਪਿਛਲਾ ਹੀ ਨਹੀਂ ਵਰਤਿਆ ਹੋਇਆ ਖਾਲਸਾ ਪੰਥ ਅੰਦਰ, ਜਾਂ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਪਿਛਲਾ ਹੀ ਇਕੱਲਾ ਨਹੀਂ ਜਾਣਦੇ ਭੂਤਕਾਲ, ਤੁਸੀਂ ਤਾਂ ਆਉਣ ਵਾਲੇ ਸਮੇਂ ਦੀ ਵੀ ਸਾਰੀ ਹਾਲਤ ਜਾਣਦੇ ਹੋ। ਹਸਤਾ ਮਲ ਸਮਝਿਸ ਉਰ ਗਿਆਤ, ਆਉਣ ਵਾਲੇ ਸਮੇਂ ਦੀ ਤੇ ਪਿਛਲੇ ਸਮੇਂ ਦੀ ਤੁਹਾਨੂੰ ਇਉਂ ਸੋਝੀ ਆ ਜਿਵੇਂ ਸਾਹਮਣੇ ਹੱਥ ਤੇ ਰੱਖਿਆ ਔਲਾ ਦੀਦਾ, ਪਿਛਲਾ
ਤੇ ਆਉਣ ਵਾਲਾ ਸਮਾਂ ਬਾਬਾ ਜੀ ਤੁਹਾਨੂੰ ਇਸ ਤਰ੍ਹਾਂ ਦਿਸਦਾ ਹੈ। ਕਥਾ ਸੁਨਾਏ ਆਨੰਦ ਬਿਲੰਦੇ, ਤੁਸੀਂ ਸਾਨੂੰ ਕਥਾ ਸੁਣਾ ਕੇ ਬਹੁਤ ਆਨੰਦ ਬਖਸ਼ਿਸ਼ ਕੀਤਾ ਹੈ। ਬ੍ਰਿਧ ਕੋ ਬੰਸ ਉਦਦ ਤੁਮ ਚੰਦੇ, ਤੁਸੀਂ ਤਾਂ ਧੰਨ ਬਾਬਾ ਬੁੱਢਾ ਸਾਹਿਬ ਜੀ ਦੀ ਵੰਸ਼ ਦੇ ਵਿੱਚੋਂ ਚੰਦਰਮਾ ਵਾਂਗੂ, ਜਿਵੇਂ ਰਤਨਾਂ ਵਿੱਚੋਂ ਚੰਦਰਮਾ ਪ੍ਰਗਟ ਹੋਇਆ ਸਮੁੰਦਰ ਚੋਂ, ਤੁਸੀਂ ਬਾਬਾ ਬੁੱਢਾ ਸਾਹਿਬ ਜੀ ਵੰਸ਼ ਵਿੱਚ ਚੰਦਰਮਾ ਵਾਂਗੂ ਉੱਗੇ ਪ੍ਰਗਟ ਹੋਏ, ਪ੍ਰਕਾਸ਼ ਹੋਏ ਹੋ। ਜਾਤ ਅਖੇਰ ਨਿਤਾ ਪ੍ਰਤ ਬਾਹਰ, ਇਹ ਗੱਲ ਸਾਰੇ ਜਾਣਦੇ ਵੀ ਤੁਸੀਂ ਰੋਜ਼ ਦਿਨ ਵਿੱਚ ਇੱਕ ਵਾਰੀ ਸ਼ਿਕਾਰ ਵਾਸਤੇ ਆਪਣੇ ਆਸਣ ਨੂੰ ਛੱਡ ਕੇ ਜੰਗਲ ਵਿੱਚ ਜਾਂਦੇ ਹੋ, ਦਰਸੋ ਨਿਤ ਕਲਗੀ ਤਰ ਜਾਹਰ, ਤੇ ਬਾਹਰ ਜਾ ਕੇ ਕੱਲਿਆਂ ਤੁਸੀਂ ਹਜੇ ਵੀ ਗੁਰੂ ਕਲਗੀਧਰ ਪਾਤਸ਼ਾਹ ਦੇ ਦਰਸ਼ਨ ਕਰਦੇ। ਸਾਧ ਸੰਗਤ ਜੀ, ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਸੱਚਖੰਡ ਜਾਣ ਮਗਰੋਂ 53 ਸਾਲ ਬਾਬਾ ਰਾਮ ਕੌਰ ਜੀ ਰਹੇ ਆ ਸਰੀਰ ਕਰਕੇ, ਤੇ 53 ਸਾਲ ਰੋਜ਼ ਗੁਰੂ ਕਲਗੀਧਰ ਪਾਤਸ਼ਾਹ ਜੀ ਇਹਨਾਂ ਨੂੰ ਦਰਸ਼ਨ ਦਿੰਦੇ ਹੁੰਦੇ ਸੀ। ਤੋ ਗਰੀਬ ਨਵਾਜ ਤੁਹਾਨੂੰ ਦਰਸ਼ਨ ਦਿੰਦੇ ਆ ਗੁਰੂ ਕਲਗੀਧਰ ਪਾਤਸ਼ਾਹ ਜੀ, ਕਿਉਂਕਿ ਜਿਹੜੇ ਸਿੰਘ ਆਏ ਹੋਏ ਆ ਬਾਬਾ ਜੀ ਦੇ ਪਾਸ, ਇਹ ਤਾਂ ਗੁਰੂ ਕਲਗੀਧਰ ਪਾਤਸ਼ਾਹ ਦੇ ਪਾਸੋਂ ਹੀ ਆਏ ਨਾ, ਸੱਚਖੰਡ ਹਜ਼ੂਰ ਸਾਹਿਬ ਤੋਂ, ਕਿਉਂਕਿ ਗੁਰੂ ਗਰੀਬ ਨਵਾਜ ਤਾਂ ਸੱਚਖੰਡ ਚਾਲਾ ਮਾਰ ਗਏ ਸਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ। ਤੇ ਇਹ ਆਂਦੇ ਵੀ ਅਜੇ ਵੀ ਤੁਹਾਨੂੰ, ਸਾਨੂੰ ਪਤਾ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਾਨੂੰ ਤਾਂ ਭਾਵੇਂ ਨਹੀਂ ਦਰਸ਼ਨ ਦਿੰਦੇ, ਸੱਚਖੰਡ ਚਲੇ ਗਏ ਹੈ, ਪਰ ਤੁਹਾਨੂੰ ਅਜੇ ਵੀ ਪ੍ਰਤੱਖ ਦਰਸ਼ਨ ਹੁੰਦੇ ਹਨ। ਅਵਚਲ ਨਗਰ ਜਾਤ ਗੁਰ ਕਹਿਓ, ਕਿਉਂਕਿ ਤੁਸੀਂ ਜਾਣਦੇ ਹੋ ਬਾਬਾ ਰਾਮ ਕੌਰ ਜੀ ਜਦੋਂ ਗੁਰੂ ਕਲਗੀਧਰ ਪਾਤਸ਼ਾਹ ਜੀ ਗੁਰੂ ਕਾਂਸ਼ੀ ਦਮਦਮਾ ਸਾਹਿਬ ਤੋਂ ਹਜ਼ੂਰ ਸਾਹਿਬ ਨੂੰ ਚੱਲੇ ਸਨ, ਸੰਗ ਨ ਤਿਆਗਤ ਜਬ ਚਿਤ ਲਹਿਓ, ਤੇ ਤੁਸੀਂ ਕਿਹਾ ਸੀ ਵੀ ਮਹਾਰਾਜ ਮੈਂ ਵੀ ਤੁਹਾਡੇ ਨਾਲ ਜਾਣਾ, ਪਰ ਤੁਹਾਡੇ ਮਾਤਾ ਜੀ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਅੱਗੇ ਪੱਲਾ ਅੱਡਿਆ ਸੀ। ਇੱਥੇ ਗੁਰੂ ਕਾਂਸ਼ੀ ਵੀ ਪਾਤਸ਼ਾਹ ਇੱਕੋ ਇੱਕ ਪੁੱਤਰ ਹੈ ਮਹਾਰਾਜ, ਮੈਂ ਇਹਨੂੰ ਆਪਦੇ ਪਾਸ ਰੱਖਣਾ ਚਾਹੁੰਦੀ ਹਾਂ। ਤੁਸੀਂ ਨਹੀਂ ਸੀ ਮੁੜਨਾ ਚਾਹੁੰਦੇ, ਤੁਸੀਂ ਹਜ਼ੂਰ ਸਾਹਿਬ ਨਾਲ ਜਾਣਾ ਚਾਹੁੰਦੇ ਸੀ। ਹਮਰੇ ਦਰਸ਼ਨ ਕੋ ਨਿਤ ਚਾਹਤ, ਤੇ ਤੁਸੀਂ ਜਿਹੜਾ ਵੈ ਇਸ ਤਰ੍ਹਾਂ ਬੇਨਤੀ ਕੀਤੀ ਸੀ ਵੀ ਹੇ ਗੁਰੂ ਕਲਗੀਧਰ ਪਾਤਸ਼ਾਹ, ਤੁਸੀਂ ਆਖਿਆ ਵੀ ਆਪਦੀ ਮਾਤਾ ਨਾਲ ਰਮਦਾਸ ਕੇ ਮੈਂ ਮੁੜ ਜਾਵਾਂ, ਮੈਂ ਮੁੜਦਾ ਜਾਣਾ ਪਾਤਸ਼ਾਹ ਜੀ, ਪਰ ਮੈਂ ਪ੍ਰਣ ਕੀਤਾ ਵੀ ਤੁਹਾਡੇ ਦਰਸ਼ਨ ਕਰੇ ਬਿਨਾਂ ਮੈਂ ਪ੍ਰਸ਼ਾਦਾ ਨਹੀਂ ਛਕਦਾ। ਤੇ ਪਾਤਸ਼ਾਹ ਫਿਰ ਤੁਹਾਡੇ ਦਰਸ਼ਨ ਕਿਵੇਂ ਹੋਇਆ ਕਰਨਗੇ। ਤੇ ਬਾਬਾ ਰਾਮ ਕੌਰ ਜੀ ਤੁਹਾਨੂੰ ਸਭ ਜਾਣਦੇ, ਉਦੋਂ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਬਚਨ ਕੀਤੇ ਸੀ ਗੁਰੂ ਕਾਂਸ਼ੀ ਤੋਂ ਜਦੋਂ ਨੰਦੇੜ ਸਾਹਿਬ ਚੱਲੇ ਹੈ ਵੀ ਹੇ ਭਾਈ ਗੁਰਬਖਸ਼ ਸਿੰਘ ਰਾਮ ਕੌਰ ਜੀ, ਜੇ ਤੁਸਾਂ ਸਾਡੇ ਦਰਸ਼ਨ ਰੋਜ਼ ਕਰਨੇ ਹੋਣ ਤਾਂ ਇਸ ਹਿਤ ਚਲਬੇ ਸਾਥ ਉਮਾਹਤ, ਇਸ ਕਰਕੇ ਤੁਸੀਂ ਸਾਡੇ ਨਾਲ ਜਾਣ ਵਾਸਤੇ ਚਾਹੁੰਦੇ ਹੋ ਨਾ, ਵੀ ਦਰਸ਼ਨਾਂ ਤੋਂ ਨਹੀਂ ਸਾਡੇ ਤੁਸੀਂ ਰਹਿ ਸਕਦੇ ਬਿਨਾਂ। ਜਾਂ ਤੇ ਤੋਰ ਮਨੋਰਥ ਜੋਈ, ਤੇ ਤੁਹਾਡਾ ਮਨੋਰਥ ਹਿਰਦੇ ਦਾ ਸੰਕਲਪ ਜਾਣ ਕੇ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਸਦਨ ਬਸਹਾ ਪੂਰਾ ਹੈ ਹਮ ਸੋਈ, ਆਖਿਆ ਸੀ ਵੀ ਤੁਸੀਂ ਕੋਈ ਨਹੀਂ ਆਪਣੇ ਮਾਤਾ ਨਾਲ ਆਪਦੇ ਨਗਰ ਘਰ ਵਿੱਚ ਰਹੋ, ਤੁਹਾਡਾ ਮਨੋਰਥ ਜਿਹੜਾ ਅਸੀਂ ਆਪੇ ਪੂਰਾ ਕਰਾਂਗੇ, ਤੁਹਾਡਾ ਸੰਕਲਪ ਜਿਹੜਾ ਦਰਸ਼ਨਾਂ ਦਾ ਹੈ ਉਹ ਅਸੀਂ ਰੋਜ਼ ਪੂਰਾ ਕਰਿਆ ਕਰਾਂਗੇ। ਵਹਿਰ ਅਖੇਰ ਚੜਾਓ ਤਹਿ ਦਰਸਹ, ਪਾਤਸ਼ਾਹ ਕਿਵੇਂ ਮੇਰਾ ਸੰਕਲਪ ਪੂਰਾ ਕਰੋਗੇ। ਗਰੀਬ ਨਵਾਜ ਕਲਗੀਧਰ ਪਾਤਸ਼ਾਹ ਜੀ ਆਖਿਆ ਸੀ ਤੁਸੀਂ ਰੋਜ਼ ਦਿਨ ਵਿੱਚ ਇੱਕ ਵਾਰੀ ਬਾਹਰ ਨਗਰ ਤੋਂ ਸ਼ਿਕਾਰ ਨੂੰ ਜਾਣਾ ਉਜਾੜ ਵਿੱਚ, ਜਥਾ ਸੰਗ ਤੈਸੇਤ ਪਰਸਹ, ਤੇ ਤੁਹਾਨੂੰ ਸਾਡੇ ਦਰਸ਼ਨ ਇਸ ਤਰ੍ਹਾਂ ਹੋਣਗੇ ਜਿਵੇਂ ਹੁਣ ਹੋ ਰਹੇ ਨਾ, ਸਰੀਰ ਦੇ ਬਿਲਕੁਲ ਵੀ ਇਹ ਨਹੀਂ ਵੀ ਸਪਰਸ਼ ਨਹੀਂ ਹੋਊਗਾ, ਇਨ ਬਿਨ ਇਸ ਤਰ੍ਹਾਂ ਹੀ ਸਰੀਰ ਦੇ ਦਰਸ਼ਨ ਹੋਇਆ ਕਰਨਗੇ ਜਿਵੇਂ ਹੁਣ ਸਾਡੇ ਨਾਲ ਰਹਿ ਰਹੇ ਹੋ ਨਾ, ਇਨ ਬਿਨ ਤੁਹਾਨੂੰ ਸਾਡੇ ਦਰਸ਼ਨ ਹੋਣਗੇ। ਤੋਂ 53 ਸਾਲ ਖਾਲਸਾ ਜੀ ਗੁਰੂ ਕਲਗੀਧਰ ਪਾਤਸ਼ਾਹ ਦੇ ਸੱਚਖੰਡ ਜਾਣ ਤੋਂ ਬਾਅਦ ਵੀ ਬਾਬਾ ਬੁੱਢਾ ਸਾਹਿਬ ਜੀ ਦੀ ਅੰਸ ਬੰਸ ਦੇ ਮਹਾਂਪੁਰਖ ਧੰਨ ਬਾਬਾ ਰਾਮ ਕੌਰ ਜੀ, ਇਹਨਾਂ ਨੂੰ ਦਰਸ਼ਨ ਪਾਤਸ਼ਾਹ ਮਹਾਰਾਜ ਰੋਜ਼ ਬਖਸ਼ਦੇ ਰਹੇ। ਇਹ ਸ਼ਿਕਾਰ ਨੂੰ ਜਾਇਆ ਕਰਨ ਪਹਿਰ ਵਿੱਚ ਸਾਰੇ ਦਿਨ ਵਿੱਚ ਇੱਕ ਵਾਰੀ ਬਹਾਨਾ ਬਣਾ ਕੇ ਤੇ ਕੱਲਿਆਂ ਨੂੰ ਮਹਾਰਾਜ ਰੋਜ਼ ਦਰਸ਼ਨ ਦਿੰਦੇ ਸਨ। ਜਾਂ ਤੇ ਤੁਮ ਕੋ ਦਰਸ਼ਨ ਦੇਤ, ਇਸ ਕਰਕੇ ਸਿੰਘ ਕਹਿੰਦੇ ਪਏ ਬਾਬਾ ਜੀ ਅਸੀਂ ਜਾਣਦੇ ਪਾਤਸ਼ਾਹ ਤੁਹਾਨੂੰ ਰੋਜ਼ ਦਰਸ਼ਨ ਦਿੰਦੇ ਆ। ਸ਼੍ਰੀ ਗੋਬਿੰਦ ਸਿੰਘ ਗਿਆਨ ਨਿਕੇਤ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਰਸ਼ਨ ਦਿੰਦੇ ਜਿਹੜੇ ਗਿਆਨ ਦੇ ਘਰ ਹਨ। ਸਿੰਘ ਤੁਮਾਰੋ ਦਰਸ਼ਨ ਕਰਹੀ, ਤੁਸੀਂ ਕਲਗੀਧਰ ਪਾਤਸ਼ਾਹ ਦੇ ਦਰਸ਼ਨ ਕਰਦੇ ਹੋ ਤੇ ਅਸੀਂ ਸਿੰਘ ਤੁਹਾਡੇ ਦਰਸ਼ਨ ਕਰਦੇ ਹਾਂ। ਜਨਮ ਸਕਾ
ਪਦਾਰਥ ਕੇ ਅਨਸਰ ਹੀ। ਤੇ ਸਾਡਾ ਹੀ ਜਨਮ ਸਫਲਾ ਹੋ ਰਿਹਾ ਤੁਹਾਡੀਆਂ ਅੱਖਾਂ ਮਹਾਰਾਜ ਦੇ ਦਰਸ਼ਨ ਕਰਨ ਤੇ ਅਸੀਂ ਤੁਹਾਡੇ ਦਰਸ਼ਨ ਕਰੀਏ। ਸਾਡਾ ਇਸੇ ਤਰ੍ਹਾਂ ਹੀ ਜਨਮ ਸਫਲਾ ਹੋ ਰਿਹਾ ਹੈ। ਦੂਸਰ ਗੁਣ ਤੁਮ ਕਥਾ ਸੁਨਾਵਹ। ਤੇ ਦੂਜਾ ਤੁਹਾਡੇ ਵਿੱਚ ਵੱਡਾ ਗੁਣ ਇਹ ਹੈ ਵੀ ਤੁਸੀਂ ਪਾਤਸ਼ਾਹ ਮਹਾਰਾਜ ਦੇ ਘਰ ਦੀ ਸਾਨੂੰ ਕਥਾ ਬੜੇ ਲੰਮੇ ਸਮੇਂ ਤੋਂ ਸੁਣਾਉਂਦੇ ਹੋ। ਸਤਿਗੁਰ ਗੁਣ ਗਨ ਬਰਨ ਰਿਜਾਵਹ। ਪਾਤਸ਼ਾਹ ਮਹਾਰਾਜ ਦੇ ਗਰੀਬ ਨਵਾਜ ਦੇ ਘਰ ਦੇ ਸਾਰੇ ਗੁਣਾਂ ਨੂੰ ਤੁਸੀਂ ਵਰਣਨ ਕਰਦੇ ਸਾਡੇ ਮਨਾਂ ਨੂੰ ਠੰਡ ਪੈ ਜਾਂਦੀ ਹੈ। ਤੁਮ ਹੋ ਧਨ ਸਦਾ ਜੁਗ ਲੋਕ। ਹੇ ਬਾਬਾ ਰਾਮਕੁਰ ਜੀ ਤੁਸੀਂ ਲੋਕ ਤੇ ਪਰਲੋਕ ਦੋਹਾਂ ਲੋਕਾਂ ਵਿੱਚ ਹੀ ਧਨ ਹੋ ਧਨ ਹੋ ਧਨ ਹੋ। ਹਮ ਭੀ ਧਨ ਜੇ ਦਰਸ ਬਿਲੋਕ। ਸਾਡੇ ਵੀ ਵੱਡੇ ਭਾਗ ਹੈ ਅਸੀਂ ਤੁਹਾਡੇ ਦਰਸ਼ਨ ਕਰ ਰਹੇ ਹਾਂ। ਇਹੋ ਰਾਵਰ ਕੋ ਵੱਡ ਉਪਕਾਰਾ। ਇਹ ਤਾਂ ਮਹਾਰਾਜ ਤੁਹਾਡਾ ਬਹੁਤ ਵੱਡਾ ਪਰਉਪਕਾਰ ਹੈ ਖਾਲਸੇ ਪੰਥ ਉੱਪਰ। ਕਥਾ ਸੁਨਾਈ ਕਰ ਵਿਸਤਾਰਾ। ਜਿਹੜੀ ਸਾਨੂੰ ਤੁਸਾਂ ਨੇ ਕਥਾ ਸੁਣਾਉਣਾ ਕੀਤੀ ਹੈ ਉਹ ਤੁਹਾਡਾ ਮਹਾਰਾਜ ਸਾਡੇ ਤੇ ਬੜਾ ਵੱਡਾ ਪਰਉਪਕਾਰ ਹੈ। ਤੁਸੀਂ ਧੰਨ ਹੋ। ਫਿਰ ਇਹਨਾਂ ਬੇਨਤੀ ਕੀਤੀ ਸੀ ਵੀ ਸਾਨੂੰ ਹੁਣ ਅਗਲਾ ਇਤਿਹਾਸ ਵੀ ਸੁਣਾਓ ਵੀ ਗੁਰੂ ਅਰਜਨ ਦੇਵ ਪਾਤਸ਼ਾਹ ਦੀ ਸ਼ਹੀਦੀ ਕਿਵੇਂ ਹੋਈ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਕਿਵੇਂ ਫਿਰ ਇਹ ਗੁਰੂ ਨਾਨਕ ਪਾਤਸ਼ਾਹ ਦਾ ਘਰ ਤਾਂ ਮਾਲਾ ਫੜਨ ਵਾਲਾ ਸੀ। ਇਹ ਮਾਲਾ ਫੇਰਦੇ ਘਰ ਨੇ ਕਿਵੇਂ ਸ਼ਮਸ਼ੀਰ ਨੂੰ ਹੱਥ ਪਾ ਲਿਆ ਉਹ ਸਾਨੂੰ ਕਥਾ ਸੁਣਾਓ। ਤੋ ਕਿਵੇਂ ਗੁਰੂ ਨਾਨਕ ਪਾਤਸ਼ਾਹ ਦੇ ਘਰ ਵਿੱਚ ਮੀਰੀ ਪੀਰੀ ਦਾ ਸਿਧਾਂਤ ਆਇਆ ਉਹ ਕਥਾ ਸੁਣਾਓ। ਫਿਰ ਸਾਧ ਸੰਗਤ ਜੀ ਚੰਦੂ ਨੇ ਵਰ ਲੱਭਣਾ ਆਪਦੀ ਧੀ ਵਾਸਤੇ। ਇੱਥੋਂ ਫਿਰ ਬਾਬਾ ਰਾਮਕੁਰ ਜੀਆਂ ਕਥਾ ਸ਼ੁਰੂ ਕੀਤੀ ਫਿਰ ਦੁਬਾਰਾ ਵੀ ਸੁਣੋ ਫਿਰ ਗੁਰੂ ਅਰਜਨ ਦੇਵ ਮਹਾਰਾਜ ਦੀ ਸ਼ਹੀਦੀ ਦੇ ਕੀ ਕਾਰਨ ਬਣੇ। ਤੋ ਚੰਦੂ ਦੀ ਈਰਖਾ ਉਹ ਸਾਰਾ ਅੱਗੇ ਦੀ ਅੱਗੇ ਜਿਵੇਂ ਚੰਦੂ ਦੀ ਧੀ ਦਾ ਰਿਸ਼ਤਾ ਇੱਥੇ ਬਾਹਮਣ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਕਰ ਗਏ ਸਨ ਲਾਗੀ ਜਿਹੜੇ ਆ। ਤੋ ਇਹਨੇ ਆਖਿਆ ਸੀ ਉੱਥੇ ਗਿਆਨ ਨੂੰ ਵੀ ਤੁਸੀਂ ਚੁਬਾਰੇ ਦੀ ਇੱਟ ਖੂਹ ਨੂੰ ਲਾ ਆਇਓ। ਦਿੱਲੀ ਦੀਆਂ ਸੰਗਤਾਂ ਸੁਣ ਕੇ ਇਤਰਾਜ਼ ਕੀਤਾ ਵੀ ਇਹ ਆਪਦੇ ਆਪ ਨੂੰ ਚੁਬਾਰਾ ਦੱਸਦਾ ਅਤੇ ਗੁਰੂ ਅਰਜਨ ਦੇਵ ਮਹਾਰਾਜ ਦੇ ਘਰ ਨੂੰ ਖੂਹ ਦੱਸਦਾ ਨੀਵਾਂ ਦੱਸਦਾ। ਪਾਤਸ਼ਾਹ ਆਪਾਂ ਇਹਦਾ ਰਿਸ਼ਤਾ ਨਹੀਂ ਲੈਣਾ ਹਰਗੋਬਿੰਦ ਸਾਹਿਬ ਮਹਾਰਾਜ ਵਾਸਤੇ। ਇੱਥੋਂ ਸਾਧ ਸੰਗਤ ਦੀ ਫਿਰ ਚੰਦੂ ਦੇ ਹੰਕਾਰ ਨੂੰ ਸੱਟ ਵੱਜੀ ਜਿਵੇਂ ਫਿਰ ਗੁਰੂ ਘਰ ਦਾ ਵੈਰੀ ਬਣਿਆ। ਉਹ ਸਾਰੀ ਕਥਾ ਅੱਗੇ ਹੁਣ ਆਰੰਭ ਹੋਵੇਗੀ। ਚਿੱਤ ਬਿਰਤੀਆਂ ਗਾਗਰ ਕਰਕੇ ਨਿਤਾ ਪ੍ਰਤੀ ਸਰਵਣ ਕਰਕੇ ਲਾਹਾ ਪ੍ਰਾਪਤ ਕਰੀਏ ਜੀ। ਹੋਈਆਂ ਭੁੱਲਾਂ ਦੀ ਖਿਮਾ ਗਰੀਬ ਨਵਾਜ ਸਾਰੀ ਸੰਗਤ ਦੇ ਦਰ ਹਾਜ਼ਰੇ ਪ੍ਰਵਾਨ ਕਰਨ। ਇਹ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ। ਤੁਮ ਹੋ ਧਨ ਸਦਾ ਜੁਗ ਲੋਕ। ਹਮ ਭੀ ਧਨ ਜੇ ਦਰਸ ਬਿਲੋਕ। ਇਹੋ ਰਾਵਰ ਕੋ ਵੱਡ ਉਪਕਾਰਾ। ਕਥਾ ਸੁਨਾਈ ਕਰ ਵਿਸਤਾਰਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।